ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਪਿਆਰੇ ਸਤ ਸੰਗੀ ਜਨੋ, ਆਪਾਂ ਸਾਰੇ ਹੀ ਬਹੁਤ ਵਡਭਾਗੇ ਹਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਨਿੱਘ ਮਾਣ ਰਹੇ ਹਾਂ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਫੁਰਮਾਨ ਹੈ, ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਕਹਿੰਦੇ ਇੱਕ ਘੜੀ ਦੇ ਵਿੱਚ 24 ਮਿੰਟ ਹੁੰਦੇ ਨੇ। ਕਹਿੰਦੇ ਇੱਕ ਘੜੀ, ਫਿਰ ਅੱਧੀ ਘੜੀ, ਅੱਧੀ ਤੋਂ ਵੀ ਅੱਧੀ ਘੜੀ, ਇਹਨਾਂ ਸਮਾਂ ਤੋਂ ਸਾਧ ਸੰਗਤ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਸ਼ਬਦ, ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜ ਲਵੇਂ। ਤੇ ਕਹਿੰਦੇ ਇੰਨੇ ਸਮੇਂ ਦੇ ਵਿੱਚ ਤੂੰ ਆਪਣੇ ਮਨ ਨੂੰ ਇੱਧਰ ਉੱਧਰ ਨਾ ਦੜਾਵੇਂ। ਬੈਠਾ ਤੂੰ ਸਤ ਸੰਗਤ ਦੇ ਵਿੱਚ ਹੋਵੇਂ ਤੇ ਮਨ ਬਾਹਰ ਹੋਵੇ, ਫਿਰ ਤਾਂ ਗੱਲ ਨਹੀਂ ਬਣੇਗੀ। ਪਰ ਜੇ ਇੱਥੇ ਬੈਠ ਕੇ ਭਗਤਨ ਸੇਤੀ ਗੋਸ਼ਟ, ਗੋਸ਼ਟ ਤੋਂ ਭਾਵ ਹੁੰਦਾ ਹੈ ਵਿਚਾਰ ਕਰਨੀ, ਕਿ ਜੇ ਉਥੇ ਬੈਠੇ ਗੁਰਮੁਖਾਂ ਦੇ ਨਾਲ ਜਾਂ ਉਥੋਂ ਉਚਰ ਰਹੀ ਬਾਣੀ ਜਿਹੜੀ ਤੂੰ ਸੁਣ ਲਵੇਂ, ਤੇਰੇ ਮਨ ਦੇ ਵਿੱਚ ਬੈਠ ਗਈ, ਜੋ ਕੀਨੋ ਸੋ ਲਾਭ। ਜਿੰਨਾ ਚਿਰ ਉਥੇ ਬੈਠ ਕੇ ਤੂੰ ਗੁਰਬਾਣੀ ਦੇ ਵਿਚਾਰ ਸਰਵਣ ਕੀਤੀ, ਗੁਰਬਾਣੀ ਸ਼ਬਦ ਨੂੰ ਸੁਣਿਆ, ਜੇ ਉਹ ਤੇਰੇ ਹਿਰਦੇ ਦੇ ਵਿੱਚ ਸ਼ਬਦ ਬੈਠ ਗਿਆ ਤੇ ਤੈਨੂੰ ਲਾਭ ਹੀ ਲਾਭ ਹੈ, ਕੋਈ ਉਹਦੇ ਵਿੱਚ ਹਾਨੀ ਨਹੀਂ ਹੈ। ਇੱਕ ਘੜੀ, ਉਸ ਤੋਂ ਬਾਅਦ ਅੱਧੀ ਘੜੀ, ਤੇ ਅੱਧੀ ਤੋਂ ਵੀ ਅੱਧੀ ਘੜੀ, ਬਿਲਕੁਲ ਕੋਈ 3 ਜਾਂ 4 ਜਾਂ 5 ਮਿੰਟ ਦਾ ਸਮਾਂ। ਇੰਨੇ ਸਮੇਂ ਦੇ ਵਿੱਚ ਤੂੰ ਬੈਠ ਕੇ ਜੇ ਕਿਤੇ ਗੁਰਬਾਣੀ ਦੇ ਸ਼ੁਭ ਵਿਚਾਰ ਸਰਵਣ ਕਰ ਲਵੇਂ, ਤੇਰਾ ਭਲਾ ਹੋ ਜਾਵੇਗਾ। ਅੱਜ ਦਾ ਜਿਹੜਾ ਸ਼ਬਦ ਹੈ ਸੁਖਮਨੀ ਸਾਹਿਬ ਜੀ ਦੀ 11ਵੀਂ ਅਸ਼ਟਪਦੀ ਦਾ ਇਹ ਦੂਜਾ ਪਦਾ ਹੈ ਔਰ 277 ਅੰਗ ਤੇ ਸੁਭਾਈਮਾਨ ਹੈ। ਗੁਰਮੁਖ ਜਨ ਸੰਸਾਰ ਭਰ ਦੇ ਵਿੱਚ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਸਿੱਖ ਨੇ, ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਗੁਰਮੁਖ ਪਿਆਰੇ ਬਹੁਤ ਪੜ੍ਹਦੇ ਨੇ, ਪਿਆਰ ਵੀ ਕਰਦੇ ਨੇ। ਪੜ੍ਹਨ ਵਾਲਿਆਂ ਦੀ ਗਿਣਤੀ ਸਾਰੇ ਸੰਸਾਰ ਦੇ ਵਿੱਚ ਬਹੁਤ ਹੈ। ਉਹ ਭਾਵੇਂ ਹਿੰਦੀ ਵਿੱਚ ਪੜ੍ਹਦੇ ਹੋਣ ਤੇ ਭਾਵੇਂ ਪੰਜਾਬੀ 'ਚ ਪੜ੍ਹਦੇ ਹੋਣ, ਪੜ੍ਹਦੇ ਆਪਾਂ ਤਕਰੀਬਨ ਸਾਰੇ ਹੀ ਹਾਂ। ਪਰ ਜਦੋਂ ਵੀ ਕੋਈ ਸ਼ਬਦ ਆਉਂਦਾ ਹੈ ਤੇ ਉਹਦਾ ਸਭ ਤੋਂ ਪਹਿਲਾਂ ਕੋਈ ਅਸ਼ਟਪਦੀ ਆਰੰਭ ਹੁੰਦੀ, ਪਹਿਲਾਂ ਉਸ ਦਾ ਸ਼ਲੋਕ ਜਿਹੜਾ ਹੈ ਉਹ ਉਚਾਰਨ ਕੀਤਾ ਜਾਂਦਾ ਹੈ। ਤੇ ਸ਼ਲੋਕ ਦੇ ਵਿੱਚ ਪੂਰੀ ਅਸ਼ਟਪਦੀ ਦਾ ਵਿਸਥਾਰ ਜਿਹੜਾ ਉਹ ਦਿੱਤਾ ਜਾਂਦਾ ਹੈ। ਤੇ ਵਿਸਥਾਰ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਜਿਸ ਨੂੰ ਅਸੀਂ ਨਮਸਕਾਰ ਕਰਨੀ ਹੈ, ਜਿਸ ਨੂੰ ਅਸੀਂ ਸਿਜਦਾ ਕਰਨਾ ਹੈ, ਉਹ ਪਰਮਾਤਮਾ ਜੀ ਹੈ ਕਿਹੋ ਜਿਹਾ। ਪਹਿਲਾਂ ਤਾਂ ਸਾਨੂੰ ਇਹ ਸਮਝ ਲੱਗਣੀ ਚਾਹੀਦੀ ਹੈ ਕਿ ਅਸੀਂ ਸਿਮਰਨ ਕਿਉਂ ਕਰਨਾ ਹੈ। ਜਦੋਂ ਅਸ਼ਟਪਦੀ ਆਰੰਭ ਹੋਈ ਤੇ ਗੁਰਬਾਣੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀਆਂ ਨੇ ਕਹਿ ਦਿੱਤਾ, ਆਦ ਗੁਰ ਏ ਨਮਹਿ, ਜੁਗਾਦ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਨਮਸਕਾਰ, ਨਮਹਿ ਤੋਂ ਭਾਵ ਹੁੰਦਾ ਨਮਸਕਾਰ। ਅਸੀਂ ਕਿਉਂ ਨਮਸਕਾਰ ਕਰਨੀ ਹੈ, ਕਿਸ ਕਾਰਨ ਕਰਕੇ ਸਤਿਗੁਰੂ ਨੂੰ ਨਮਸਕਾਰ ਕਰਨੀ ਹੈ, ਕਿਸ ਵਾਸਤੇ। ਤੇ ਫਿਰ ਅਸ਼ਟਪਦੀ ਦੇ ਵਿੱਚ ਸਾਨੂੰ ਦੱਸਿਆ ਗਿਆ ਵੀ ਅਸੀਂ ਨਮਸਕਾਰ ਇਸ ਕਰਕੇ ਕਰਨੀ ਹੈ ਕਿ ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ। ਇਸ ਕਰਕੇ ਉਸ ਨੂੰ ਨਮਸਕਾਰ ਕਰਨੀ ਹੈ ਕਿ ਜਦੋਂ ਅਸੀਂ ਉਹਦਾ ਜਾਪ ਕਰਾਂਗੇ, ਅਕਾਲ ਪੁਰਖ ਪਰਮਾਤਮਾ ਜੀ ਦਾ ਸਿਮਰਨ ਕਰਾਂਗੇ, ਸੋ ਅਸੀਂ ਜੂਨੀਆਂ ਦੇ ਵਿੱਚ ਨਹੀਂ ਆਵਾਂਗੇ। ਤੇ ਕਹਿੰਦੇ ਨੇ ਜਿਹੜਾ ਜਮਾਂ ਦਾ ਦੁੱਖ ਹੈ, ਸਾਨੂੰ ਵਿਕਾਰਾਂ ਦੀ ਮਾਰ ਸਹਿਣੀ ਪੈਂਦੀ ਹੈ, ਉਹ ਦੂਰ ਹੋ ਜਾਏਗੀ। ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ। ਦੁਸ਼ਮਣ ਟਲ ਜਾਂਦੇ ਨੇ। ਇਸ ਕਰਕੇ ਅਸੀਂ ਨਮਸਕਾਰ ਕਰਨੀ ਹੈ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ। ਇਸ ਕਰਕੇ ਅਸੀਂ ਪਰਮਾਤਮਾ ਜੀ ਦਾ ਸਿਮਰਨ ਕਰਨਾ ਹੈ।
ਸੋ ਇਸ ਤਰੀਕੇ ਦੇ ਨਾਲ ਸਭ ਤੋਂ ਵੱਡੀ ਗੱਲ ਹੈ, ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ ਜਾਂ ਸੁਣਿਆ, ਜਿਹੜੇ ਪੜ੍ਹ ਨਹੀਂ ਸਕਦੇ ਸਨ ਉਹਨਾਂ ਨੇ ਸੁਣ ਲਿਆ ਕਿ ਇਹਦੀਆਂ ਵਿਚਾਰਾਂ ਕਿਹੜੀਆਂ ਨੇ। ਜਿਨ੍ਹਾਂ ਦੇ ਕੋਲ ਅੱਖਰੀ ਗਿਆਨ ਨਾ ਹੋਵੇ ਉਹਨਾਂ ਨੇ ਸੁਣ ਲਿਆ ਤੇ ਸੁਣ ਕੇ ਆਖਿਆ ਕਿ ਪ੍ਰਮਾਤਮਾ ਜੀ ਦੇ ਗੁਣ ਕਿਹੜੇ ਨੇ। ਕਿਉਂਕਿ ਜੇ ਪ੍ਰਮਾਤਮਾ ਦੇ ਨਾਲ ਬਣਾਉਣੀ ਹੈ, ਪ੍ਰੀਤ ਬਣਾਉਣੀ ਹੈ, ਤੇ ਜਿਹੋ ਜਿਹਾ ਉਹ ਰੱਬ ਹੈ ਉਹੋ ਜੇ ਹੁਣ ਸਾਨੂੰ ਹੋਣਾ ਪਵੇਗਾ। ਹੁਣ ਰੱਬ ਤਾਂ ਦਿਸਦਾ ਨਹੀਂ, ਇਹਦਾ ਮਤਲਬ ਸਾਨੂੰ ਵੀ ਅਲੋਪ ਹੋਣਾ ਪਵੇਗਾ, ਨਹੀਂ, ਉਹਦੇ ਵਰਗੇ ਗੁਣ ਧਾਰਨ ਕਰਨੇ ਪੈਣਗੇ। ਜਿਵੇਂ ਦੇ ਗੁਣ ਉਹਦੇ ਵਿੱਚ ਹਨ, ਉਹਦੇ ਵਿੱਚ ਰੱਬ ਦੇ ਵਿੱਚ ਕਿਹੜੇ ਕਿਹੜੇ ਗੁਣ ਨੇ। ਇੱਕ ਤਾਂ ਉਹ ਦਾਤਾਂ ਲੈ ਕੇ ਦਾਤਾਂ ਦੇ ਕੇ ਨਾ ਸਾਨੂੰ ਤੇ ਪਛਤਾਉਂਦਾ ਨਹੀਂ ਹੈ, ਫਿਰ ਉਹ ਵਡਿਆਈਆਂ ਦਿੰਦਾ ਹੈ ਸਾਨੂੰ ਪਰ ਪਛਤਾਉਂਦਾ ਨਹੀਂ ਹੈ। ਫਿਰ ਦੂਸਰੇ ਸਾਡੇ ਔਗਣ ਜਾਣਦਾ ਵੀ ਹੈ, ਫਿਰ ਵੀ ਉਹ ਸਾਨੂੰ ਦਾਤਾਂ ਦਿੰਦਾ ਹੈ। ਔਰ ਤੀਸਰਾ ਕਾਰਨ, ਉਹਦਾ ਸੁਭਾਅ ਹਮੇਸ਼ਾ ਦਇਆ ਕਰਨ ਵਾਲਾ ਹੈ। ਉਹ ਕਿਸੇ ਦੇ ਨਾਲ ਵੈਰ ਨਹੀਂ ਕਰਦਾ, ਕਿਸੇ ਨਾਲ ਈਰਖਾ ਨਹੀਂ ਕਰਦਾ। ਤੇ ਜੇ ਬੰਦਿਆ ਅਕਾਲ ਪੁਰਖ ਪਰਮਾਤਮਾ ਨਾਲ ਤੈਨੂੰ ਬਣਾਉਣੀ ਹੈ, ਪ੍ਰੀਤ ਬਣਾਉਣੀ ਹੈ, ਤੇ ਸਭ ਤੋਂ ਵੱਧ ਤੇਰੇ ਹਿਰਦੇ ਦੇ ਵਿੱਚ ਦਇਆ ਹੋਵੇਗੀ। ਜੇ ਦਇਆ ਨਹੀਂ ਹੈਗੀ ਤੇ ਧਰਮ ਨਹੀਂ ਹੋਵੇਗਾ। ਤੇ ਜਦੋਂ ਧਰਮ ਆ ਗਿਆ ਤੇ ਧਰਮੀ ਪੁਰਸ਼, ਇੱਕ ਹੁੰਦਾ ਹੈ ਫਿਰਕਾ ਪ੍ਰਸਤ, ਇੱਕ ਹੁੰਦਾ ਧਰਮੀ ਪੁਰਸ਼। ਫਿਰਕਾ ਪ੍ਰਸਤ ਬੰਦਾ ਹੁੰਦਾ ਹੈ ਕਿ ਜਿਵੇਂ ਮੈਂ ਕਹਾਂਗਾ ਉਵੇਂ ਹੀ ਕਰਨਾ, ਭਾਵੇਂ ਉਹ ਗਲਤੀ ਹੋਵੇ। ਤੇ ਧਰਮ ਉਹ ਹੁੰਦਾ ਹੈ ਜਿਵੇਂ ਰਸਤੇ ਦੇ ਵਿੱਚ, ਚੌਂਕ ਦੇ ਵਿੱਚ ਲੱਗੀ ਹੋਈ ਲਾਲ ਬੱਤੀ, ਉਹ ਸਾਨੂੰ ਇਹ ਸਮਝਾਉਂਦੀ ਹੈ ਕਿ ਬੰਦਿਆਂ ਤੋਂ ਦੁਰਘਟਨਾ ਤੋਂ ਬਚ ਸਕਦਾ ਹੈ। ਤੇ ਪਰ ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਅਸੀਂ ਬਹੁਤ ਚਲਾਕ ਆ, ਸਾਡੇ ਹੱਥ ਦੇ ਵਿੱਚ ਉਸ ਗੱਡੀ ਦੀ, ਉਸ ਮੋਟਰਸਾਈਕਲ ਦੀ, ਬਾਈਕ ਦੀ ਰੇਸ ਹੈ, ਅਸੀਂ ਉਹਨੂੰ ਦੱਬਾਂਗੇ ਤੇ ਭੱਜ ਜਾਵਾਂਗੇ ਕਿਉਂਕਿ ਅਸੀਂ ਸਿਆਣੇ ਆ। ਇਸ ਕਰਕੇ ਧਰਮ ਜਿਹੜਾ ਹੈ ਉਹ ਸਾਨੂੰ ਕੁਝ ਸਿਖਾਉਂਦਾ ਹੈ। ਤੇ ਜਿਹੜਾ ਫਿਰਕਾ ਪ੍ਰਸਤ ਬੰਦਾ ਹੁੰਦਾ ਹੈ ਉਹ ਕਹਿੰਦਾ ਨਹੀਂ, ਮੇਰੀ ਮਰਜ਼ੀ ਅਨੁਸਾਰ ਚੱਲੋ, ਜਿਵੇਂ ਮੈਂ ਕਹਿਣਾ ਉਤਨਾ ਚੱਲੋ, ਭਾਵੇਂ ਉਹ ਗਲਤੀ ਕਿਉਂ ਨਾ ਹੋਵੇ। ਇਸ ਕਰਕੇ ਬਹੁਤੇ ਲੋਕ ਧਰਮੀ ਘੱਟ ਹੋ ਗਏ ਤੇ ਫਿਰਕਾ ਪ੍ਰਸਤ ਜ਼ਿਆਦਾ ਹੋ ਗਏ। ਉਹ ਫਿਰਕੇ ਪ੍ਰਸਤ ਦੇ ਵਿੱਚ ਪੈ ਕੇ ਲੜਾਈਆਂ ਪੈ ਗਈਆਂ। ਹਿੰਦ ਕਹਿੰਦਾ ਹੈ ਮੈਂ ਬੜਾ ਧਰਮੀ ਹਿੰਦੂ ਹਾਂ, ਸਿੱਖ ਕਹਿੰਦਾ ਮੈਂ ਬੜਾ ਧਰਮੀ ਸਿੱਖ ਹਾਂ, ਮੁਸਲਮ ਕਹਿੰਦਾ ਮੈਂ ਬੜਾ ਧਰਮੀ ਮੁਸਲਮਾਨ ਹਾਂ, ਪਰ ਗਿਆਨ ਕਿਸੇ ਕੋਲ ਵੀ ਹੈਗਾ ਨਹੀਂ। ਜੇ ਧਰਮ ਹੈ ਤੇ ਧਰਮੀ ਹੋ, ਤੇ ਧਰਮ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਕਿਸੇ ਦੇ ਨਾਲ ਧੱਕਾ ਜ਼ੋਰੀ ਕਰਕੇ ਉਹਨੂੰ ਆਪਣੇ ਧਰਮ ਮਜ਼ਹਬ ਦੇ ਵਿੱਚ ਲੈ ਕੇ ਆਂਦਾ ਜਾਵੇ। ਕੋਈ ਧਰਮ ਇਹੋ ਜਿਹਾ ਨਹੀਂ ਹੈ ਜਿਹੜਾ ਇਸ ਤਰ੍ਹਾਂ ਕਰਦਾ ਹੋਵੇ ਕਿ ਮੇਰੇ ਧਰਮ ਦੇ ਵਿੱਚ ਆ ਜਾਓ, ਮੇਰੇ ਧਰਮ ਦੇ ਵਿੱਚ ਆਓਗੇ ਤੇ ਤੁਹਾਨੂੰ ਜ਼ਿਆਦਾ ਰੱਬ ਪ੍ਰਾਪਤੀ ਛੇਤੀ ਹੋਵੇਗੀ, ਤੁਹਾਡੇ ਕੋਲ ਗੁਣ ਹੋਣਗੇ। ਧਰਮ ਸਾਰੇ ਚੰਗੇ ਨੇ, ਪਰ ਫਿਰਕਾ ਪ੍ਰਸਤ ਬੰਦੇ ਜਿਹੜੇ ਹੁੰਦੇ ਨੇ ਉਹ ਧਰਮ ਨੂੰ ਕਲੰਕਿਤ ਕਰ ਦਿੰਦੇ ਨੇ। ਉਹ ਫਿਰ ਤਲਵਾਰਾਂ ਦੇ ਨਾਲ ਇੱਕ ਦੂਜਿਆਂ ਨੂੰ ਵੱਢਣ ਲੱਗ ਪੈਂਦੇ ਨੇ। ਗੱਲ ਜੰਗਾਂ ਯੁੱਧਾਂ ਤੇ ਆਣ ਕੇ ਮੁੱਕਦੀ ਹੈ, ਗੱਲ ਸ਼ਰੀਰਾਂ ਨੂੰ ਖਤਮ ਕਰਨ ਤੇ ਆਣ ਕੇ ਮੁੱਕਦੀ ਹੈ। ਉਹ ਫਿਰ ਕਹਿੰਦੇ ਜਾਂ ਤਾਂ ਮੇਰੇ ਧਰਮ ਦੇ ਵਿੱਚ ਆ, ਨਹੀਂ ਤਾਂ ਤੇਰੇ ਨਾਲ ਮੇਰਾ ਬੈਠਣਾ ਉੱਠਣਾ ਚੱਲਣਾ ਬਿਲਕੁਲ ਨਫ਼ਰਤ ਭਰਿਆ ਹੈ। ਪਰ ਗੁਰੂ ਸਾਹਿਬ ਜੀ ਜਿਹੜੇ ਕਹਿੰਦੇ ਨੇ, ਉਹ ਕਹਿੰਦੇ ਨੇ ਸਭ ਦੇ ਵਿੱਚ ਪ੍ਰਮਾਤਮਾ ਬੈਠਾ ਹੋਇਆ ਹੈ, ਹਰੇਕ ਦੇ ਇਨਸਾਨ ਦੇ ਵਿੱਚ ਪ੍ਰਮਾਤਮਾ ਹੈ, ਸਾਰਿਆਂ ਦੇ ਵਿੱਚ ਪ੍ਰਮਾਤਮਾ ਬੈਠਾ ਹੈ। ਤੂੰ ਕਿਸੇ ਨਾਲ ਨਫ਼ਰਤ ਨਾ ਕਰ। ਪਰ ਅਸੀਂ ਕਹਿੰਦੇ ਮਹਾਰਾਜ ਅਸੀਂ ਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਸੁਣਦੇ ਨਹੀਂ, ਅਸੀਂ ਸਿਰਫ ਇੰਨਾ ਕੁ ਜਾਣਦੇ ਹਾਂ ਵੀ ਸਾਡੇ ਗਲ ਦੇ ਵਿੱਚ ਪਾਇਆ ਹੋਇਆ ਕਿਰਪਾਨ ਗਾਤਰਾ, ਔਰ ਅਸੀਂ ਚਾਹੁੰਦੇ ਹਾਂ ਵੀ ਸਾਰੇ ਅੰਮ੍ਰਿਤ ਛਕ ਲੈਣ। ਪਰ ਜੇ ਕੋਈ ਆਖੇ ਵੀ ਬਾਬਾ ਜੀ ਤੁਸੀਂ ਅੰਮ੍ਰਿਤ ਛਕਣ ਵਾਸਤੇ ਤਾਂ ਕਹਿ ਰਹੇ ਹੋ, ਵਿਦਿਆ ਤੁਹਾਡੇ ਕੋਲ ਵੀ ਹੈਗੀ ਹੈ, ਪੜ੍ਹੇ ਲਿਖੇ ਤੁਸੀਂ ਹੈਗੇ ਹੋ, ਪਰ ਸਾਨੂੰ ਇੰਨਾ ਕੀ ਦੱਸ ਦਿਓ ਵੀ ਜਿਹੜੀ ਜਪਜੀ ਸਾਹਿਬ ਬਾਣੀ ਉਹ ਕਿਸ ਗੁਰੂ ਦੀ ਉਚਾਰਨ ਕੀਤੀ ਹੋਈ ਹੈ। ਵੀ ਇਹ ਤਾਂ ਮੈਨੂੰ ਨਹੀਂ ਪਤਾ ਵੀ ਕਿਸ ਬਾਬੇ ਦੀ ਉਚਾਰਨ ਕੀਤੀ, ਪਰ ਮੈਨੂੰ ਇੰਨਾ ਪਤਾ ਵੀ ਸਿੱਖੀ ਦੇ ਵਿੱਚ ਆ ਜੋ ਤੁਹਾਨੂੰ ਬਹੁਤ ਲਾਭ ਮਿਲੇਗਾ। ਹੁਣ ਲਾਭ ਤੂੰ ਮਿਲੇਗਾ ਤਾਂ ਨਾ ਜੇ ਆਪ ਨੂੰ ਪਤਾ ਹੋਏਗਾ ਵੀ ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਦੇ ਵਿੱਚ ਕੀ ਲਿਖਿਆ ਹੋਇਆ ਹੈ, ਗੁਰਬਾਣੀ ਦੇ ਅੱਖਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਗਿਆਨ ਹੈ। ਇੱਕ ਨਾ ਕਾਰਡਾਂ ਦੇ ਉੱਪਰ ਸ਼ਬਦ ਉਚਾਰਨ ਕੀਤਾ ਹੋਇਆ ਹੈ, ਉਹ ਸ਼ਬਦ ਇਵੇਂ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ। ਹੁਣ ਇਹ ਜਿਹੜੀ ਪੰਕਤੀ ਹੈ ਇਹ ਤੁਸੀਂ ਆਪ ਹੀ ਖੋਜ ਕਰ ਲੈਣਾ, ਮੈਂ ਨਹੀਂ ਦੱਸਾਂਗਾ ਇਹ ਪੰਕਤੀ ਕਿੱਥੋਂ ਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਜਾਂ ਨਹੀਂ।
ਨਹੀਂ ਪਤਾ ਹੋਏਗਾ, ਬਹੁਤਿਆਂ ਨੂੰ ਨਹੀਂ ਪਤਾ ਹੋਏਗਾ ਵੀ ਕਾਰਡ ਦੇ ਉੱਪਰ ਲਿਖੀ ਹੋਈ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਜਾਂ ਨਹੀਂ, ਇਹ ਮੈਂ ਵੀ ਨਹੀਂ ਦੱਸਣਾ। ਆਪਣੇ ਆਪ ਜੇ ਅਸੀਂ ਸਿੱਖ ਆ ਤਾਂ ਸਾਨੂੰ ਇਹ ਖੋਜਣਾ ਚਾਹੀਦਾ ਵੀ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਜਾਂ ਨਹੀਂ। ਜੇ ਸਾਨੂੰ ਪਤਾ ਲੱਗ ਜੇ ਵੀ ਹਾਂ ਇਹ ਗੁਰਬਾਣੀ ਦੀ ਪੰਕਤੀ ਹੈ, ਫਿਰ ਵੀ ਕੁਛ ਨਾ ਕੁਛ ਅਸੀਂ ਅਜੇ ਘਾਟ ਦੇ ਵਿੱਚ ਹਾਂ। ਤੇ ਜੇ ਸਾਨੂੰ ਨਹੀਂ ਪਤਾ ਵੀ ਇਹ ਗੁਰਬਾਣੀ ਦੀ ਪੰਕਤੀ ਨਹੀਂ ਹੋ ਸਕਦੀ, ਤਦੋਂ ਵੀ ਅਸੀਂ ਅਵੇਸਲੇ ਹਾਂ, ਕਿਉਂਕਿ ਦੋਹਾਂ ਪੱਖ ਦੇ ਵਿੱਚ ਬੰਦਾ ਖੋਜੇਗਾ ਘੱਟ, ਜਿਦੇਗਾ ਜ਼ਿਆਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਭਾਵੇ ਮਾਨੁਖ ਗਤ ਪਾਵੇ। ਅੱਜ ਦਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਸਤਿਗੁਰੂ ਜੀ ਇਹੀ ਸਮਝਾਉਂਦੇ ਨੇ। ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਆਖਿਆ ਸੀ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ। ਕਰਨ ਵਾਲਾ ਕਰਨ ਕਾਰਨ ਸਮਰੱਥ ਇੱਕ ਹੀ ਪ੍ਰਮਾਤਮਾ ਹੈ। ਬੰਦੇ ਦੀ ਕੋਈ ਪਾਇਆ ਨਹੀਂ ਹੈ ਕਿ ਬੰਦਾ ਸੰਸਾਰ ਦੇ ਵਿੱਚ ਕੁਝ ਕਰ ਸਕੇ। ਦੂਸਰ ਨਹੀਂ ਕੋਈ, ਦੂਜਾ ਹੋਰ ਕੋਈ ਨਹੀਂ ਹੈ। ਤੇ ਕਹਿੰਦੇ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਮਰਜ਼ੀ ਹੋ ਜਾਵੇ, ਪ੍ਰਭ ਭਾਵੇ ਮਾਨੁਖ ਗਤ ਪਾਵੇ। ਪ੍ਰਮਾਤਮਾ ਨੂੰ ਚੰਗਾ ਲੱਗੇ ਤੇ ਮਨੁੱਖ, ਗਤ ਤੋਂ ਅਰਥ ਹੁੰਦਾ ਹੈ ਤਰ ਜਾਂਦਾ ਹੈ। ਪਾਪੀ ਮਨੁੱਖ ਵੀ ਆਪਣੇ ਆਪ ਨੂੰ ਤਾਰ ਲੈਂਦਾ ਹੈ, ਆਪਣੇ ਆਪ ਨੂੰ ਪਵਿੱਤਰ ਕਰ ਲੈਂਦਾ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੇ ਪ੍ਰਮਾਤਮਾ ਦਾ ਨਾਮ ਜਿਸ ਮਨੁੱਖ ਨੇ ਜਪਿਆ, ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਜਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ, ਉਦੋਂ ਸਾਡੇ ਆਲੇ ਦੁਆਲੇ ਦੇ ਮਾਹੌਲ ਦੇ ਵਿੱਚ ਕੋਈ ਨਾ ਕੋਈ ਗੁਰਮੁਖ ਸੇਵਕ ਸਾਨੂੰ ਮਿਲ ਹੀ ਪੈਂਦਾ ਹੈ, ਕੋਈ ਨਾ ਕੋਈ ਰੱਬ ਦਾ ਪਿਆਰਾ ਸਾਨੂੰ ਮਿਲ ਹੀ ਪੈਂਦਾ ਹੈ। ਜਦੋਂ ਭਾਲ ਹੋਵੇ, ਬੰਦੇ ਨੂੰ ਪਿਆਸ ਲੱਗੀ ਹੋਵੇ ਤੇ ਪਾਣੀ ਦੀ ਭਾਲ ਵਿੱਚ ਤੁਰੇ ਤੇ ਪਾਣੀ ਉਹਨੂੰ ਲੱਭ ਜਾਂਦਾ ਹੈ, ਕਿਉਂਕਿ ਉਹਦੇ ਸੋਚ, ਦਿਲ ਤੇ ਦਿਮਾਗ ਦੇ ਵਿੱਚ ਸਿਰਫ ਕੇਵਲ ਤੇ ਕੇਵਲ ਪਾਣੀ ਚੱਲ ਰਿਹਾ ਹੁੰਦਾ ਹੈ ਕਿ ਪਾਣੀ ਪ੍ਰਾਪਤ ਕਰਨਾ ਹੈ। ਉਹਦੇ ਵਾਸਤੇ ਉਹਨੂੰ ਕਿੰਨਾ ਪੈਂਡਾ ਤੁਰਨਾ ਪਵੇ, ਕਿੰਨਾ ਤੱਕ ਕਿੱਥੋਂ ਤੱਕ ਪਹੁੰਚਣਾ ਪਵੇ, ਉਹ ਚੱਲੇਗਾ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰਾ ਪਾਣੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਇਵੇਂ ਹੀ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਸੱਚੇ ਨਾਮ ਦੀ ਭੁੱਖ ਲੱਗਣ ਲੱਗ ਪਏ ਬੰਦੇ ਨੂੰ, ਤੇ ਫਿਰ ਉਹ ਬਾਣੀ ਵੱਲ ਨੂੰ ਆਪ ਮੁਹਾਰੇ ਚੱਲਦਾ ਹੈ, ਆਪ ਸੇਵਕ ਰੱਬ ਦੇ ਪਿਆਰਿਆਂ ਦੀ ਖੋਜ ਕਰਦਾ ਹੈ। ਤੇ ਫਿਰ ਜਦੋਂ ਖੋਜ ਕਰਦਾ ਹੈ ਤੇ ਕੋਈ ਨਹੀਂ ਲੱਭਦਾ, ਤੇ ਫਿਰ ਆਪ ਹੀ ਕਹਿ ਦਿੰਦਾ ਵੀ ਕੋਈ ਜਨ ਹਰਿ ਸਿਉ ਦੇਵੇ ਜੋਰ। ਹੇ ਰੱਬ ਦੇ ਪਿਆਰਿਓ, ਕੋਈ ਤਾਂ ਹੋਵੇ ਸੰਸਾਰ ਦੇ ਵਿੱਚ ਜਿਹੜਾ ਮੈਨੂੰ ਪ੍ਰਮਾਤਮਾ ਦੇ ਨਾਲ ਜੋੜ ਦੇਵੇ। ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੇ ਪ੍ਰਾਨ ਅਕੋਰ। ਮੈਨੂੰ ਉਹ ਜੋੜ ਦੇਵੇ ਤੇ ਮੈਂ ਉਹਦੇ ਚਰਨ ਪਕੜ ਲਵਾਂ। ਉਹਦੇ ਵਾਸਤੇ ਆਪਣੀ ਰਸਨਾ ਤੋਂ ਸ਼ੁਭ ਬਚਨ, ਮਿੱਠੇ ਬਚਨ ਬੋਲਾਂ। ਦੀਜੇ ਪ੍ਰਾਨ ਅਕੋਰ, ਅਤੇ ਜੇ ਉਹ ਮੇਰੇ ਪ੍ਰਾਣ ਵੀ ਮੰਗੇ, ਮੈਂ ਆਪਣੇ ਪ੍ਰਾਣ ਵੀ ਉਹਦੇ ਵਾਸਤੇ ਦੇ ਦਵਾ। ਪ੍ਰਭ ਭਾਵੇ ਮਾਨੁਖ ਗਤ ਪਾਵੇ। ਪ੍ਰਭੂ ਭਾਵੇ ਤਾਂ ਇਹ ਜਿਹੜਾ ਮਨੁੱਖ ਹੈ ਇਹ ਤਰ ਸਕਦਾ ਹੈ, ਇਹਦਾ ਪਾਰ ਉਤਾਰਾ ਹੋ ਸਕਦਾ ਹੈ। ਪਰ ਪ੍ਰਮਾਤਮਾ ਨੂੰ ਅਸੀਂ ਚੰਗੇ ਕਿਵੇਂ ਲੱਗਾਂਗੇ, ਪ੍ਰਮਾਤਮਾ ਨੂੰ ਅਸੀਂ ਭਾਵਾਂਗੇ ਕਿਵੇਂ? ਗੁਰਬਾਣੀ ਦਾ ਫਰਮਾਨ ਹੈ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਤੂੰ ਲਗਾਤਾਰ ਬੰਦਗੀ ਕਰੀ ਚੱਲ, ਰੱਬ ਜੀਆਂ ਦਾ ਸਿਮਰਨ ਕਰੀ ਚੱਲ। ਪ੍ਰਮਾਤਮਾ ਅੱਜ ਮੇਰੇ ਵੱਲ ਨਾਲ ਰੁੱਸਿਆ ਹੋਇਆ ਹੈ, ਪ੍ਰਮਾਤਮਾ ਅੱਜ ਮੇਰੇ ਨਾਲ ਮੰਨਿਆ ਹੋਇਆ ਹੈ, ਇਸ ਵਿਚਾਰਾਂ ਵੱਲ ਨਾ ਪਏ। ਤੂੰ ਬੰਦਗੀ ਕਰੀ ਚੱਲ, ਰੱਬ ਦਾ ਨਾਮ ਜਪੀ ਚੱਲ। ਉਹ ਪ੍ਰਮਾਤਮਾ ਦੀ ਮਰਜ਼ੀ ਹੈ, ਉਹ ਤੇਰੇ ਨਾਲ ਰੁੱਸ ਰਿਹਾ ਹੈ, ਉਹ ਤੇਰੇ ਨਾਲ ਮੰਨ ਰਿਹਾ ਹੈ। ਇਹ ਤਾਂ ਉਹਦੀ ਆਪਣੀ ਮਰਜ਼ੀ ਹੈ ਨਾ, ਕਿਉਂਕਿ ਉਹਨੂੰ ਅਸੀਂ ਕਹਿ ਨਹੀਂ ਸਕਦੇ ਵੀ ਜਿਵੇਂ ਅਸੀਂ ਕਹਿੰਦੇ ਆ ਉਵੇਂ ਤੂੰ ਕਰਨਾ ਕਰ। ਉਹਦੀ ਮਰਜ਼ੀ ਹੈ, ਜਿਵੇਂ ਉਹ ਚਾਹਵੇ ਉਹ ਕਰਦਾ ਹੈ। ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਕਹਿੰਦੇ ਬੰਦਗੀ ਕਰੀ ਚੱਲ। ਫਿਰ ਕਹਿੰਦੇ ਨੇ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ। ਅਵੇਸਲੇ ਹੋ ਕੇ ਨਾ ਸੋਈਏ। ਬੜਾ ਸਮਾਂ ਹੋ ਗਿਆ ਏ ਸੇਵਾ ਕਰਦਿਆਂ ਨੂੰ ਰੱਬ ਦਿਸਿਆ ਨਹੀਂ, ਬੜਾ ਸਮਾਂ ਹੋ ਗਿਆ ਬਾਣੀ ਪੜ੍ਹਦਿਆਂ ਨੂੰ ਰੱਬ ਪ੍ਰਗਟ ਨਹੀਂ ਹੋਇਆ। ਗੁਰਬਾਣੀ ਕਹਿੰਦੀ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ। ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਦਿਨ ਰਾਤ ਉਸ ਨੂੰ ਆਵਾਜ਼ਾਂ ਮਾਰਦਾ ਰਹੇ, ਕਦੇ ਤਾਂ ਉਹ ਤੇਰੀ ਪੁਕਾਰ ਸੁਣੇਗਾ ਨਾ, ਕਦੇ ਤਾਂ ਪੁਕਾਰ ਸੁਣੇਗਾ ਨਾ। ਹੁਣ ਪੁਕਾਰ ਸੁਣਨ ਦੇ ਵਿੱਚ ਕਿਹਨੇ ਕਿਹਨੇ ਪੁਕਾਰ ਕੀਤੀ? ਪੁਕਾਰ ਕੀਤੀ ਬਬੀਹੇ ਨੇ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ।
ਉਹਦੀ ਪੁਕਾਰ ਸੀ ਕਿ ਉਹਨੂੰ ਜਿਹੜੀ ਸਵਾਂਤੀ ਬੂੰਦ ਹੈ ਉਹਦੇ ਮੁਖ ਮੰਡਲ ਦੇ ਵਿੱਚ ਪੈਂਦੀ ਹੈ ਤੇ ਉਹਦੀ ਪਿਆਸ ਬੁਝਦੀ ਹੈ। ਸੋ ਉਸ ਪਿਆਸ ਨੂੰ ਬੁਝਾਉਣ ਵਾਸਤੇ ਉਹਨੇ ਰੱਬ ਦੇ ਅੱਗੇ ਪੁਕਾਰ ਕੀਤੀ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ ਮੇਘੈ ਨੂੰ ਫੁਰਮਾਨ ਹੁਆ। ਮੇਘੇ ਕਹਿੰਦੇ ਨੇ ਬਦਲ ਨੂੰ, ਮੇਘ ਮੇਘੇ ਨੂੰ ਫੁਰਮਾਨ ਹੁਆ ਵਰਸੋ ਕਿਰਪਾ ਧਾਰ। ਕਹਿੰਦੇ ਫਿਰ ਰੱਬ ਜੀਆਂ ਨੇ ਫੁਰਮਾਨ ਕੀਤਾ ਬਦਲਾਂ ਨੂੰ, ਹੁਕਮ ਦੇ ਵਿੱਚ ਚੱਲੇ ਹਨ। ਇਹ ਸ੍ਰਿਸ਼ਟੀ, ਇਹ ਸਾਰਾ ਕੁਝ ਕੁਦਰਤ ਰੱਬ ਜੀਆਂ ਨੇ ਸਾਜੀਏ ਤੇ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਇੱਕ ਅਕਾਲ ਪੁਰਖ ਪਰਮਾਤਮਾ। ਸੋ ਉਸ ਨੇ ਸ੍ਰਿਸ਼ਟੀ ਦੇ ਵਿੱਚ ਰਚੇ ਹੋਏ ਇਹਨਾਂ ਬਦਲਾਂ ਨੂੰ ਹੁਕਮ ਕੀਤਾ ਵੀ ਪਰਪੀਹੇ ਨੇ ਆਵਾਜ਼ ਮਾਰੀ, ਉਹਨੂੰ ਸਵਾਂਤੀ ਬੂੰਦ ਚਾਹੀਦੀ, ਉਹਨੂੰ ਲੱਗੀ ਹੋਈ ਹੈ ਪਿਆਸ। ਸੋ ਵਰਸੋ ਕਿਰਪਾ ਧਾਰ। ਸੋ ਕਹਿੰਦੇ ਨੇ ਹੁਣ ਮੂਲੇ ਧਾਰ ਮੀਂਹ ਪਾਉਣਾ ਆਰੰਭ ਕਰ ਦਿਓ ਤਾਂ ਕਿ ਉਸ ਦੇ ਮੁਖ ਦੇ ਵਿੱਚ ਇਹ ਸਵਾਂਤੀ ਬੂੰਦ ਪਹੁੰਚ ਜਾਵੇ, ਉਹਦੀ ਪਿਆਸ ਜਿਹੜੀ ਹੈ ਉਹ ਖਤਮ ਹੋ ਜਾਵੇ। ਸੋ ਇਸ ਤਰੀਕੇ ਦੇ ਨਾਲ ਜੇ ਮਨੁੱਖ ਵੀ ਰੱਬ ਅੱਗੇ ਪੁਕਾਰ ਕਰੇਗਾ ਤੇ ਪ੍ਰਭੂ ਨੂੰ ਜਦੋਂ ਚੰਗਾ ਲੱਗ ਜਾਵੇ, ਪ੍ਰਭੂ ਨੂੰ ਪਰਮਾਤਮਾ ਨੂੰ ਚੰਗਾ ਲੱਗ ਜਾਵੇ ਤੇ ਫਿਰ ਇਹ ਮਨੁੱਖ ਜਿਹੜਾ ਹੈ ਉਹ ਗਤ ਪਾ ਲਏਗਾ, ਤਰ ਜਾਏਗਾ। ਗੁਰਬਾਣੀ ਦਾ ਸ਼ਬਦ ਹੈ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ, ਤੀਰਥ ਨਾਵਾਂ ਜੇ ਤਿਸ ਭਾਵਾਂ। ਭਾਵਾਂ ਤੋਂ ਅਰਥ ਹੁੰਦਾ ਹੈ ਮੈਂ ਰੱਬ ਜੀ ਤੀਰਥਾਂ ਤੇ ਇਸ਼ਨਾਨ ਤਾਂ ਹੀ ਕਰਾਂ ਨਾ ਜੇ ਤੈਨੂੰ ਚੰਗਾ ਲੱਗਦਾ ਹੋਵੇ। ਤੇ ਤੈਨੂੰ ਕੀ ਚੰਗਾ ਲੱਗਦਾ ਹੈ? ਤੀਰਥਾਂ ਤੇ ਇਸ਼ਨਾਨ ਕਰਨਾ ਤੈਨੂੰ ਚੰਗਾ ਲੱਗਦਾ ਹੈ? ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਹੈ, ਦੋਵੇਂ ਹੀ ਸ਼ਬਦ ਗੁਰੂ ਨਾਨਕ ਸਾਹਿਬ ਜੀਆਂ ਦੇ ਨੇ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਇਹ 6ਵੀਂ ਪੌੜੀ ਹੈ ਜਪਜੀ ਸਾਹਿਬ ਜੀ ਦੀ ਕਿ ਮੈਂ ਤੀਰਥਾਂ ਦੇ ਉੱਤੇ ਇਸ਼ਨਾਨ ਤਾਂ ਕਰਾਂ ਜੇ ਤੈਨੂੰ ਚੰਗਾ ਲੱਗਦਾ ਹੋਵੇ। ਜੇ ਤੈਨੂੰ ਚੰਗਾ ਹੀ ਨਹੀਂ ਲੱਗਦਾ ਤੇ ਵਿਣ ਭਾਣੇ, ਤੇਰੇ ਭਾਣੇ ਤੋਂ ਬਿਨਾ, ਤੇਰੇ ਚੰਗੇ ਲੱਗਣ ਤੋਂ ਬਿਨਾ ਮੈਂ ਨਹਾ ਕੇ ਕੀ ਕਰਨਾ ਉਹਨਾਂ ਤੀਰਥਾਂ ਦੇ ਉੱਪਰ। ਸੋ ਸਤਿਗੁਰੂ ਜੀ ਫਿਰ ਤੈਨੂੰ ਚੰਗਾ ਕੀ ਲੱਗਦਾ ਹੈ? ਤੀਰਥ ਨਹਾਵਣ ਜਾਉ ਤੀਰਥ ਨਾ ਮੈਂ। ਕਹਿੰਦੇ ਨੇ ਤੀਰਥ ਨਹਾਉਣ ਵਾਲਿਓ, ਮੈਂ ਤਾਂ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੀ ਆਪਣੇ ਵਾਸਤੇ ਤੀਰਥ ਬਣਾਇਆ ਆਇਆ ਹੈ। ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ ਮੇਰੇ ਵਾਸਤੇ। ਤੀਰਥ ਤੇ ਇਸ਼ਨਾਨ ਕਰਨਾ ਪਰਮਾਤਮਾ ਦਾ ਨਾਮ ਜਪਣਾ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੇ ਮੇਰੇ ਲਈ ਗੁਰੂ ਦੀ ਸ਼ਬਦ ਦੀ ਵਿਚਾਰ ਕਰਨੀ, ਜਿਹਦੇ ਨਾਲ ਮੇਰੇ ਹਿਰਦੇ ਦੇ ਵਿੱਚ ਗਿਆਨ ਪ੍ਰਗਟ ਹੁੰਦਾ ਹੈ, ਉਹੀ ਮੇਰੇ ਵਾਸਤੇ ਤੀਰਥ ਇਸ਼ਨਾਨ ਹੈ। ਸ਼ਬਦ ਵਿਚਾਰ ਕਰਨ ਦੇ ਨਾਲ ਮੇਰੇ ਅੰਦਰ ਗਿਆਨ ਪ੍ਰਗਟ ਹੁੰਦਾ ਹੈ, ਜਿਸ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਕਹਿੰਦੀ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਅੰਜਨ ਕਹਿੰਦੇ ਨੇ ਜਿਵੇਂ ਕੱਖਾਂ ਦੇ ਵਿੱਚ ਪਾਉਣ ਵਾਲਾ ਸੁਰਮਾ। ਸਤਿਗੁਰੂ ਜੀ ਨੇ ਸਾਨੂੰ ਗਿਆਨ ਦਾ ਸੁਰਮਾ ਦਿੱਤਾ, ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਸਾਨੂੰ ਹੁਣ ਗਿਆਨ ਹੋ ਗਿਆ, ਸੋਝੀ ਹੋ ਗਈ ਕਿ ਪ੍ਰਮਾਤਮਾ ਪ੍ਰਗਟ ਹੁੰਦਾ ਹੈ, ਦਿਸਦਾ, ਲੱਭਦਾ, ਪਰ ਕਿਵੇਂ ਇਹ ਪਤਾ ਚੱਲ ਗਿਆ। ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਪ੍ਰਭੂ ਨੂੰ ਚੰਗਾ ਲੱਗਾ, ਉਹਨਾਂ ਨੇ ਗੁਰੂ ਮਿਲਾ ਦਿੱਤਾ ਤੇ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਨਾਮ ਪ੍ਰਾਪਤ ਹੋਇਆ। ਅਕਾਲ ਪੁਰਖ ਪਰਮਾਤਮਾ ਦਾ ਨਾਮ ਪ੍ਰਾਪਤ ਹੋਇਆ। ਹਰ ਕਿਰਪਾ ਤੇ ਹਰ ਕਹਿੰਦੇ ਨੇ ਪਰਮਾਤਮਾ ਨੂੰ, ਸੰਤ ਕਿਹਾ ਗਿਆ ਗੁਰੂ ਸਾਹਿਬਾਨਾਂ ਨੂੰ, ਭਗਤਾਂ ਨੂੰ। ਨਾਨਕ ਮਨ ਪ੍ਰਗਾਸ, ਮਨ ਦੇ ਵਿੱਚ ਪ੍ਰਗਾਸ ਹੋ ਗਿਆ। ਪ੍ਰਭ ਭਾਵੇ ਤਾਂ ਪਾਥਰ ਤਰਾਵੇ। ਪ੍ਰਭੂ ਨੂੰ ਚੰਗਾ ਲੱਗਣ ਲੱਗ ਪਵੇ ਤੇ ਉਹ ਪੱਥਰਾਂ ਨੂੰ ਵੀ, ਜਿਹੜੇ ਪੱਥਰ ਦਿਲ ਮਨੁੱਖ ਨੇ, ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਪੱਥਰ ਦਿਲ ਮਨੁੱਖ, ਪੱਥਰ ਦਿਲ ਮਨੁੱਖ ਉਹ ਹੁੰਦਾ ਹੈ ਜਿਹਨੇ ਕਦੀ ਕਿਸੇ ਤੇ ਦਇਆ ਨਾ ਕੀਤੀ ਹੋਵੇ ਤੇ ਜਿਹਨੇ ਕਿਸੇ ਦੀ ਹੱਤਿਆ ਕੀਤੀ ਹੋਵੇ, ਦੂਜਿਆਂ ਨੂੰ ਮਾਰਿਆ ਹੋਵੇ, ਦੂਜਿਆਂ ਨੂੰ ਖਤਮ ਕੀਤਾ ਹੋਵੇ। ਜਿੰਨੀ ਵਾਰ ਵੀ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ, ਗੁਰੂ ਸਾਹਿਬਾਨਾਂ ਦੀ ਬਾਣੀ ਨੂੰ, ਇਤਿਹਾਸ ਨੂੰ ਵਿਚਾਰਦੇ ਹਨ, ਕਦਰੇ ਵੀ ਤੁਸੀਂ ਵੇਖੋ ਕਿਸੇ ਵੀ ਮਨੁੱਖ ਦੇ ਉੱਪਰ ਗੁਰੂ ਸਾਹਿਬਾਨ ਨੇ ਪਹਿਲਾਂ ਕਦੀ ਵਾਰ ਨਹੀਂ ਕੀਤਾ, ਪਹਿਲਾਂ ਕਦੀ ਵਾਰ ਨਹੀਂ ਕੀਤਾ। ਜਦੋਂ ਫਿਰ ਮਨੁੱਖ ਨੇ ਅੱਗੋਂ ਹੱਦ ਕਰ ਦਿੱਤੀ, ਫਿਰ ਉਸ ਨੂੰ ਸਿਖਾਉਣ ਵਾਸਤੇ, ਉਸ ਨੂੰ ਸੋਝੀ ਦੇਣ ਵਾਸਤੇ ਇਹ ਸਤਿਗੁਰੂ ਜੀ ਨੇ ਫਿਰ ਉਸ ਦੇ ਉੱਪਰ ਵਾਰ ਕੀਤਾ ਵੀ ਵਾਰ ਇੰਜ ਨਹੀਂ ਭਲਿਆ, ਇੰਜ ਕਰੀਦਾ ਹੈ। ਜੇ ਹੁਣ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਉੱਪਰ ਚੜ੍ਹ ਕੇ ਆਇਆ
ਇਹ ਗੁਰੂ ਸਾਹਿਬ ਜੀ ਦੇ ਕੋਲ ਆਇਆ ਸੀ। ਛੋਟੀ ਉਮਰ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਬਹੁਤ ਪਿਆਰ ਨਾਲ ਪਾਲਿਆ, ਪਰ ਦੂਸਰਿਆਂ ਦੀ ਚੁੱਕਣਾ ਦੇ ਵਿੱਚ ਆ ਗਿਆ। ਕਹਿਣ ਲੱਗੇ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਕੋਲ ਰਹਿੰਦੇ ਹੋ, ਤੁਹਾਡੇ ਤੋਂ ਗੁਰੂ ਸਾਹਿਬ ਜੀ ਤਗੜੇ ਨਹੀਂ ਹਨ। ਇਹ ਗੁਰੂ ਸਾਹਿਬ ਜੀ ਦੇ ਨਾਲ ਘੋਲ ਕਰਦਾ ਹੁੰਦਾ ਸੀ, ਕੁਸ਼ਤੀ ਕਰਦਾ ਸੀ। ਇਹ ਕੀ ਕਰਦਾ ਸੀ, ਵੱਡੇ ਵੱਡੇ ਸਾਨਣਾਂ ਨੂੰ, ਘੋੜਿਆਂ ਨੂੰ ਚੁੱਕ ਕੇ ਮਾਰਦਾ ਸੀ ਸ਼ਿਕਾਰ ਸਮੇਤ, ਇੰਨਾ ਜ਼ਿਆਦਾ ਤਾਕਤਵਰ ਸੀ। ਤੇ ਇਹਨੂੰ ਕਿਸੇ ਨੇ ਕਹਿ ਦਿੱਤਾ ਵੀ ਤੂੰ ਇੰਨਾ ਵੱਡਾ ਤਾਕਤਵਰ ਹੈ ਤੇ ਤੂੰ ਫਿਰ ਵੀ ਗੁਰੂ ਸਾਹਿਬ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਧੀਨ ਹੈ, ਤੂੰ ਤਾਂ ਆਪਣਾ ਰਾਜ ਭਾਗ ਕਾਇਮ ਕਰ ਸਕਦਾ ਹੈ। ਪਰ ਗੁਰਬਾਣੀ ਕਹਿੰਦੀ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਰੱਬ ਦੀ ਇਬਾਦਤ ਨੂੰ ਆਪਣੀ ਤਾਕਤ ਜਿਹੜੀ ਬਖਸ਼ਿਸ਼ ਕੀਤੀ ਉਹ ਉਹਦੇ ਕਰਕੇ ਗਾਉਂਦੇ ਨੇ, ਪਰ ਬਹੁਤੇ ਲੋਕ ਇਹੋ ਜਿਹੇ ਹੁੰਦੇ ਨੇ ਜੇ ਤਾਕਤ ਮਿਲ ਜੇ, ਪਾਵਰ ਮਿਲ ਜੇ ਤੇ ਰੱਬ ਨੂੰ ਭੁੱਲ ਜਾਂਦੇ ਨੇ। ਜਪਜੀ ਸਾਹਿਬ ਜੀ ਦਾ ਇਹ ਫਰਮਾਨ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਭਾਵ ਕਿ ਜਿਹਦੇ ਕੋਲ ਤਾਕਤ ਹੋਵੇ ਉਹ ਗਾਉਂਦਾ ਹੈ ਰੱਬ ਜੀ ਧੰਨਵਾਦ ਹੈ ਤੁਸੀਂ ਮੈਨੂੰ ਨਹੀਂ ਤਾਕਤ ਦਿੱਤੀ ਹੈ। ਗਾਵੇ ਕੋ ਤਾਣ, ਤਾਣ ਦਾ ਅਰਥ ਹੁੰਦਾ ਹੈ ਤਾਕਤ, ਹੋਵੇ ਕਿਸੇ ਤਾਣ, ਰੱਬ ਜੀ ਦੀ ਬਖਸ਼ਿਸ਼ ਜਾਣ ਕੇ ਉਹ ਗਾਉਂਦਾ ਹੈ। ਸੋ ਇਹਨੇ ਰੱਬ ਜੀਆਂ ਨੂੰ ਭੁੱਲ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਉੱਪਰ ਵਾਰ ਕੀਤਾ। ਪਰ ਗੁਰੂ ਸਾਹਿਬ ਜੀ ਨੇ ਸਮਝਾਇਆ ਵੀ ਇਸ ਤਰ੍ਹਾਂ ਨਹੀਂ, ਕਦੀ ਵੀ ਕਿਸੇ ਪਾਲਣਹਾਰੇ ਨੂੰ ਜਿਹੜਾ ਸਾਨੂੰ ਰਿਜ਼ਕ ਦਿੰਦਾ ਹੈ, ਰੋਜੀ ਦਿੰਦਾ ਹੈ, ਭਾਵੇਂ ਉਸ ਸੰਸਾਰ ਦੇ ਵਿੱਚ ਕਿਉਂ ਨਾ ਹੋਵੇ, ਭਾਵਨਾ ਦੇ ਨਾਲ। ਇਹ ਨਾ ਹੋਵੇ ਕਿ ਜਿਹੜਾ ਸਾਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਕੇ ਦਿੰਦਾ ਤੇ ਉਸ ਦਾ ਵੀ ਅਸੀਂ ਧੰਨਵਾਦ ਹੀ ਕਰੀ ਜਾਈਏ। ਜਿਹੜਾ ਸਾਨੂੰ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾਉਂਦਾ ਹੈ, ਸੋ ਉਹਦੇ ਨਾਲ ਕਦੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਸ ਨੂੰ ਹਰਾਮਖੋਰ ਆਖਿਆ ਜਾਂਦਾ ਹੈ, ਨਮਕ ਖਾ ਕੇ ਹਰਾਮ ਕੀਤਾ ਹੋਇਆ ਜਿਸ ਨੇ। ਸੋ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਜਦੋਂ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਉੱਪਰ ਵਾਰ ਕਰਦਾ ਬਾਰ-ਬਾਰ, ਅਖੀਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਵਾਰ ਕਰਦੇ ਨੇ ਤੇ ਕਹਿੰਦੇ ਨੇ ਪੁੱਤਰਾ ਵਾਰ ਇੰਜ ਨਹੀਂ ਇੰਜ ਕਰੀਦਾ ਹੈ। ਪੁੱਤਰ ਕਹਿ ਕੇ, ਬੱਚਾ ਕਹਿ ਕੇ ਫਿਰ ਵੀ ਉਸ ਨੂੰ ਨਿਵਾਜਿਆ, ਉਸ ਦਾ ਉਧਾਰ ਕੀਤਾ। ਸੋ ਇਹੋ ਜਿਹੇ ਜਿਹੜੇ ਪ੍ਰਭ ਭਰਾਵੇ ਤਾਂ ਪਾਥਰ ਤਰਾਵੇ, ਜਿਹੜੇ ਪੱਥਰ ਦਿਲ ਨੇ, ਜਿਹੜੇ ਆਪਣੇ ਹੀ ਪਾਲਣਹਾਰਿਆਂ ਦੇ ਉੱਪਰ ਹੱਤਿਆ ਕਰਦੇ ਨੇ, ਉਹਨਾਂ ਦੇ ਉੱਪਰ ਜ਼ੁਲਮ ਕਰਦੇ ਨੇ। ਤੇ ਉਹਨਾਂ ਬਾਬਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਪੱਥਰ ਦਿਲ ਕਿਹੋ ਜਿਹੇ ਹੁੰਦੇ ਨੇ, ਉਹਨਾਂ ਨੂੰ ਫਿਰ ਭਗਤੀ ਚੰਗੀ ਨਹੀਂ ਲੱਗਦੀ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ ਜਹਾਂ ਬਿਗੰਤਾਂ ਜਾਏ। ਕਹਿੰਦੇ ਨੇ ਪਾਪੀ ਬੰਦੇ ਨੂੰ ਕਦੇ ਭਗਤੀ ਚੰਗੀ ਨਹੀਂ ਲੱਗਦੀ। ਕਿਵੇਂ? ਹਰੀ ਦੀ ਪੂਜਾ, ਰੱਬ ਦੀ ਇਬਾਦਤ ਚੰਗੀ ਨਹੀਂ ਲੱਗਦੀ। ਕਿਉਂ? ਉਹਦਾ ਸੁਭਾਅ ਇਹੋ ਜਿਹਾ ਬਣ ਗਿਆ, ਮਾਖੀ ਚੰਦਨ ਪਰ ਹਰੇ। ਮਾਖੀ ਤੋਂ ਅਰਥ ਹੈ ਮੱਖੀ, ਜਿਹਦੇ ਤੋਂ ਆਪਾਂ ਨਫ਼ਰਤ ਕਰਦੇ ਹਾਂ। ਜੇ ਉਹ ਪੇਟ ਦੇ ਅੰਦਰ ਚਲੀ ਜਾਵੇ ਨਾ ਤੇ ਰੱਬ ਵੱਲੋਂ ਇੱਕ ਕਾਰਨ ਬਣਿਆ, ਜੇ ਕਿਤੇ ਅਚਾਨਕ ਹੀ ਸਾਡੇ ਵੇਖਿਆ ਵੀ ਨਹੀਂ ਅਸੀਂ ਰੋਟੀ ਦੇ ਵਿੱਚ ਅੰਦਰ ਚਲੀ ਜਾਵੇ ਨਾ ਤੇ ਉਹ ਖਾਣ ਦੇ ਨਾਲ ਬੰਦੇ ਨੂੰ ਆਪਣੇ ਆਪ ਉਲਟੀ ਆ ਜਾਂਦੀ ਹੈ, ਉਹ ਅੰਦਰ ਬੈਠਦੀ ਨਹੀਂ ਹੈ। ਕਹਿੰਦੇ ਨੇ ਮਾਖੀ ਚੰਦਨ ਪਰ ਹਰੇ, ਮੱਖੀ ਜਿਹੜੀ ਉਹ ਚੰਦਨ ਛੱਡ ਦਿੰਦੀ ਹੈ, ਸੁਗੰਧੀਆਂ ਛੱਡ ਦਿੰਦੀ ਜਹਾਂ ਬਿਗੰਧ ਤਾਂ ਜਾਏ। ਜਿੱਥੇ ਬਦਬੂਦਾਰ ਕੋਈ ਵਸਤੂ ਪਈ ਹੋਏਗੀ ਨਾ ਉੱਥੇ ਪਹੁੰਚਦੀ ਹੈ। ਮੱਖੀ ਚੰਦਨ ਛੱਡ ਦਿੰਦੀ ਹੈ, ਸੁਗੰਧੀ ਵਾਲਾ ਛੱਡ ਦਿੰਦੀ। ਕੋ ਇਸੇ ਕਿ ਪਾਪੀ ਭਗਤ ਨਾ ਭਾਵੀ, ਪਾਪੀ ਪੱਥਰ ਰੁੱਖ ਨੂੰ ਰੱਬ ਦੀ ਇਬਾਦਤ ਚੰਗੀ ਨਹੀਂ ਲੱਗਦੀ, ਹਰੀ ਦੀ ਪੂਜਾ ਚੰਗੀ ਨਹੀਂ ਲੱਗਦੀ। ਉਹਦਾ ਸੁਭਾਅ ਉਸ ਮੱਖੀ ਵਰਗਾ ਬਣ ਗਿਆ ਜਿਹੜੀ ਚੰਦਨਤਾ ਛੱਡ ਦਿੰਦੀ ਹੈ ਤੇ ਕਹਿੰਦੇ ਨੇ ਜਾ ਕੇ ਫਿਰ ਜਿੱਥੇ ਬਦਬੂ ਹੁੰਦੀ ਹੈ ਉੱਥੇ ਜਾ ਕੇ ਬੈਠਦੀ ਹੈ। ਇਸ ਕਰਕੇ ਇਹੋ ਜਿਹੇ ਇਨਸਾਨਾਂ ਨੂੰ ਵੀ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਜੇ ਚੰਗਾ ਲੱਗ ਗਿਆ ਤੇ ਉਹਨਾਂ ਦਾ ਵੀ ਪਾਰ ਉਤਾਰਾ ਕਰ ਦੇਣਾ ਹੈ। ਬਲੀ ਕੰਧਾਰੀ ਉਹ ਕੀ ਕਰਦਾ ਸੀ? ਪੱਥਰ ਦਿਲ ਸੀ ਨਾ। ਕੌਡਾ ਰਾਖਸ਼ ਉਹ ਵੀ ਪੱਥਰ ਦਿਲ ਸੀ ਨਾ। ਬਲੀ ਕੰਧਾਰੀ ਦੇ ਕੋਲ ਭਾਈ ਮਰਦਾਨਾ ਜੀ ਕਿੰਨੀ ਵਾਰ ਪਾਣੀ ਲੈਣ ਵਾਸਤੇ ਜਾਂਦੇ ਨੇ, ਕਹਿੰਦੇ ਜੀ ਪਿਆਸ ਲੱਗੀ ਪਾਣੀ ਦੇ ਦਿਓ। ਉਹਨਾਂ ਨੇ ਫਿਰ ਮੋੜ ਦਿੱਤਾ, ਫਿਰ ਦੁਬਾਰਾ ਕੇ ਕਹਿੰਦੇ ਜੀ ਪਿਆਸ ਲੱਗੀ ਪਾਣੀ ਦੇ ਦਿਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹਦੇ ਕੋਲੋਂ ਮੰਗਣ ਜਾਈਏ ਨਾ ਉਹਦੀਆਂ ਕੁਝ ਸਿਫਤਾਂ ਕਰੀਦੀਆਂ ਨੇ। ਤੂੰ ਉਹਨੂੰ ਕਹਿ ਭਲਿਆ ਪੁਰਸ਼ਾ ਰੱਬ ਤੇਰਾ ਭਲਾ ਕਰੇ ਮੈਨੂੰ ਪਾਣੀ ਦੇ ਦਿਓ, ਇਹ ਮੇਰੇ ਮੁਰਸ਼ਦ ਨੇ ਸਿਖਾਇਆ ਹੈ। ਉਹ ਕਹਿਣ ਲੱਗਾ ਪਹਿਲਾਂ ਤੂੰ ਆਣ ਕੇ ਪੱਲਾ ਪਾਣੀ ਮੰਗਦਾ ਸੀ, ਹੁਣ ਚਾਰ ਗੱਲਾਂ ਹੋਰ ਨਾਲ ਜੋੜ ਦਿੱਤੀਆਂ, ਤੈਨੂੰ ਕਿਹਨੇ ਸਿਖਾਇਆ? ਉਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਮੇਰਾ ਮੁਰਸ਼ਦ, ਉਹ ਥੱਲੇ ਬੈਠਾ ਹੋਇਆ ਹੈ, ਉਹਨੇ ਮੈਨੂੰ ਸਿਖਾਇਆ ਵੀ ਜਿਹਦੇ ਕੋਲੋਂ ਪਾਣੀ ਮੰਗਣ ਜਾਈਏ, ਜਿਹਦੇ ਕੋਲੋਂ ਕੁਝ ਮੰਗਣ ਜਾਈਏ ਉਹਦੇ ਲਈ ਕੁਝ ਮਿੱਠੇ ਸ਼ਬਦ ਹੋਣੇ ਬਹੁਤ ਜ਼ਰੂਰੀ ਨੇ।
ਸੋ ਉਹ ਵਲੀ ਕੰਧਾਰੀ ਕਹਿੰਦਾ ਜੇ ਤੇਰਾ ਇੰਨਾ ਹੀ ਮੁਰਸ਼ਦ ਚੰਗਾ ਹੈ ਤੇ ਉਹਨੂੰ ਕਹਿ ਆਪੇ ਹੀ ਪਾਣੀ ਪ੍ਰਗਟ ਕਰ ਲਵੇ, ਇੱਥੋਂ ਨਹੀਂ ਮਿਲਣਾ। ਉਹ ਪੱਥਰ ਦਿਲ, ਉਸ ਪੱਥਰ ਦਿਲ ਨੂੰ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਉਤਾਰਾ ਕੀਤਾ, ਉਹਨੂੰ ਸਮਝਾਇਆ। ਉਹਨੇ ਪੱਥਰ ਸੁੱਟਿਆ, ਗੁਰੂ ਸਾਹਿਬ ਜੀਆਂ ਨੇ ਹੱਥ ਨਾਲ ਰੋਕਿਆ, ਫਿਰ ਉਸ ਨੂੰ ਸਮਝਾਇਆ ਕਿ ਇਹਨਾਂ ਮਨੁੱਖਾਂ ਦੇ ਨਾਲ ਜਿਨ੍ਹਾਂ ਤੂੰ ਨਫ਼ਰਤ ਕਰਦਾ ਹੈ, ਇਹਨਾਂ ਵਿੱਚੋਂ ਹੀ ਰੱਬ ਦਿਸਣਾ ਹੈ, ਇਹਨਾਂ ਦੇ ਨਾਲ ਪ੍ਰੀਤ ਕਰੇਗਾ ਪ੍ਰਮਾਤਮਾ ਲੱਭਣਾ ਹੈ। ਫਿਰ ਕੌਡਾ ਰਾਖਸ਼ ਹੈ ਤਾਂ ਉਹ ਵੀ ਇਨਸਾਨ ਹੀ ਸੀ ਨਾ। ਰਾਖਸ਼ ਇਸ ਕਰਕੇ ਹੋ ਗਿਆ ਕਿਉਂਕਿ ਉਹ ਬੰਦੇ ਫੜ ਕੇ ਤਲ ਕੇ ਉਹਨਾਂ ਨੂੰ ਖਾ ਲੈਂਦਾ ਸੀ, ਤੇ ਜਿਹੜਾ ਬੰਦਿਆਂ ਨੂੰ ਇੱਕ ਦੂਜਿਆਂ ਨੂੰ ਮਾਰ ਕੇ ਖਾਵੇ ਉਹ ਰਾਖਸ਼ ਹੀ ਹੁੰਦਾ ਹੈ ਨਾ। ਜਿਹੜਾ ਮਨੁੱਖ ਖਾ ਜਾਵੇ ਉਹ ਰਾਖਸ਼ ਹੈ, ਇਸ ਕਰਕੇ ਉਹਨੂੰ ਕੌਡਾ ਰਾਖਸ਼ ਕਹਿ ਦਿੱਤਾ ਗਿਆ। ਉਹ ਪੱਥਰ ਦਿਲ, ਉਹਦਾ ਪਾਰ ਉਤਾਰਾ ਕਰ ਦਿੱਤਾ, ਇਹੋ ਜਿਹਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ। ਸੋ ਗੁਰਬਾਣੀ ਕਹਿੰਦੀ ਹੈ ਕਿ ਜੇ ਪ੍ਰਮਾਤਮਾ ਨੂੰ ਚੰਗਾ ਲੱਗ ਜਾਵੇ ਤੇ ਪੱਥਰ ਦਿਲ ਵੀ ਪਾਰ ਉਤਰ ਜਾਂਦੇ ਨੇ, ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ। ਪ੍ਰਭ ਭਾਵੇ ਬਿਨ ਸਾਸ ਤੇ ਰਾਖੇ, ਜੇ ਪ੍ਰਮਾਤਮਾ ਨੂੰ ਚੰਗਾ ਲੱਗੇ ਤੇ ਉਹ ਬਿਨਾਂ ਸਵਾਸਾਂ ਤੋਂ ਬੰਦੇ ਨੂੰ ਜੀਵਤ ਰੱਖ ਸਕਦਾ ਹੈ। ਪਰ ਇਦਾਂ ਜੇ ਅਸੀਂ ਆਖੀਏ ਵੀ ਇਹ ਕਿਵੇਂ ਹੋ ਸਕਦਾ ਹੈ, ਕਿਉਂਕਿ ਅਸੀਂ ਸੰਸਾਰੀ ਜੀਵ ਹਾਂ, ਅਸੀਂ ਉਸ ਦਾ ਪ੍ਰਮਾਣ ਤੇ ਪ੍ਰਤੱਖ ਦੋਵੇਂ ਭਾਲਦੇ ਹਾਂ ਕਿ ਜੇ ਪ੍ਰਮਾਣ ਦਿੱਤਾ ਹੈ, ਜੇ ਉਦਾਹਰਣ ਦਿੱਤੀ ਹੈ ਤੇ ਉਹਦਾ ਪ੍ਰਤੱਖ ਰੂਪ ਵੀ ਸਾਡੇ ਸਾਹਮਣੇ ਰੱਖਣ ਦਾ ਯਤਨ ਕਰੋ ਕਿ ਇਦਾਂ ਹੋ ਸਕਦਾ ਹੈ ਜੇ ਪ੍ਰਮਾਤਮਾ ਨੂੰ ਭਾਵੇ ਤੇ ਬਿਨਾਂ ਸਵਾਸਾਂ ਤੋਂ ਕਿਸੇ ਨੂੰ ਰੱਖ ਸਕਦਾ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਹੀ ਸ਼ਬਦ ਹੈ ਨਾ, ਮਿਰਤਕ ਕਉ ਜੀਵਾਲਣ ਹਾਰ। ਇਹ ਰੱਬ ਦੇ ਹੱਥ ਦੇ ਵਿੱਚ ਉਹ ਮਿਰਤਕ ਨੂੰ ਵੀ ਜਵਾਲਣ ਹਾਰ ਹੈ, ਪਰ ਉਹਨੂੰ ਚੰਗਾ ਲੱਗੇ ਤਾਂ। ਜੇ ਰੱਬ ਜੀਆਂ ਦੇ ਵੱਲੋਂ ਸਵਾਸ ਪੂਰੇ ਹੋ ਗਏ, ਜਿੰਨੇ ਸਾਨੂੰ ਭੇਜੀ ਹੋਈ ਦਿੱਤੀ ਪੂੰਜੀ ਸੀ, ਤੇ ਜੇ ਉਹ ਪੂਰੀ ਹੋ ਗਈ ਹੈ ਤੇ ਇਹਦਾ ਮਤਲਬ ਉਹ ਰੱਬ ਦੇ ਹੁਕਮ ਦੇ ਵਿੱਚ ਹੈ। ਸੋ ਹੁਣ ਜੇ ਉਸ ਅਸੂਲ ਨੂੰ ਕੋਈ ਭੰਗ ਕਰ ਸਕਦਾ ਉਹ ਮਨੁੱਖ ਨਹੀਂ, ਉਹ ਰੱਬ ਹੀ ਕਰ ਸਕਦਾ ਹੈ। ਅੱਜ ਇਨਸਾਨ ਨੇ ਕੀ ਕਰਿਆ ਨਾ, ਕਿੰਨਾ ਕੁਛ ਕਰਦਾ ਪਿਆ ਹੈ ਇਨਸਾਨ, ਇੰਨਾ ਜ਼ਿਆਦਾ ਕਾਰਜ ਉਲਟੇ ਕਰਦਾ ਹੈ। ਕਿਤੇ ਉਹ ਜਾਨਵਰਾਂ ਦੇ ਸਿਰ ਬਦਲ ਦਿੰਦਾ ਹੈ, ਇੱਕ ਦੂਸਰੇ ਦਾ ਪੰਛੀਆਂ ਦੇ ਸਿਰ ਅਲੱਗ-ਅਲੱਗ ਕਰ ਦਿੱਤੇ, ਦੂਸਰੇ ਪੰਛੀ ਨੂੰ ਦੂਜੇ ਦਾ ਸਿਰ ਲਾ ਦਿੱਤਾ, ਦੂਜੇ ਪੰਛੀ ਨੂੰ ਦੂਜੇ ਦਾ ਸਿਰ ਲਾ ਦਿੱਤਾ। ਉਹ ਜੀਵਤ ਹੈ ਪਰ ਸਿਰ ਅਲੱਗ-ਅਲੱਗ ਕਰ ਦਿੱਤਾ। ਕਿਧਰੇ ਉਹ ਚੂਹਿਆਂ ਦਾ ਇਹੋ ਜਿਹੇ ਐਕਸਪੈਰੀਮੈਂਟ ਕਰਦਾ ਪਿਆ ਵੀ ਚੂਹੇ ਦਾ ਸਿਰ ਜਿਹੜਾ ਹੈ ਉਹ ਕਿਸੇ ਜਾਨਵਰ ਦੂਜੇ ਨੂੰ ਲਾ ਦਿੱਤਾ, ਉਹ ਵੀ ਜੀਵਤ ਰਹਿ ਗਿਆ। ਹੁਣ ਉਹਨਾਂ ਦਾ ਕਾਰਜ ਇੱਥੋਂ ਤੱਕ ਚੱਲਦਾ ਪਿਆ, ਉਹ ਕਹਿੰਦੇ ਅਸੀਂ ਇਵੇਂ ਕਰਾਂਗੇ ਕਿ ਜਿਹੜਾ ਸਰੀਰ ਮ੍ਰਿਤਕ ਹੋ ਚੁੱਕਿਆ ਹੈ, ਅਸੀਂ ਇਹੋ ਜਿਹੀਆਂ ਮਸ਼ੀਨਾਂ ਬਣਾਵਾਂਗੇ ਜਿਹੜਾ ਸਰੀਰ ਮ੍ਰਿਤਕ ਹੋ ਚੁੱਕਿਆ ਉਹਦੇ ਵਿੱਚ ਸਵਾਸ ਪਾ ਦਈਏ। ਪੰਗੇ ਤੋਂ ਭਾਵੇਂ ਲੈ ਰਹੇ ਨੇ ਪਰ ਅਜੇ ਇਹਦੇ ਵਿੱਚ ਸਫਲ ਨਹੀਂ ਹੋ ਸਕੇ। ਭਾਵੇਂ ਉਹ ਕਰ ਰਹੇ ਨੇ ਪਰ ਇਹਦੇ ਵਿੱਚ ਉਹ ਸਫਲ ਨਹੀਂ ਹੋ ਸਕੇ। ਬੇਸ਼ੱਕ ਉਹਨਾਂ ਨੇ ਚੂਹਿਆਂ ਦੇ ਸਿਰ ਜਾਨਵਰਾਂ ਨਾਲ ਜੋੜ ਦਿੱਤੇ, ਉਹ ਜੀਵਤ ਹੋ ਗਏ, ਚੱਲ ਰਹੇ ਨੇ, ਫਿਰ ਰਹੇ ਨੇ। ਪੰਛੀਆਂ ਦੇ ਸਿਰ ਬਦਲ ਦਿੱਤੇ, ਅਲੱਗ-ਅਲੱਗ ਸਰੀਰ ਕਰ ਦਿੱਤੇ, ਉਹ ਚੱਲ ਰਹੇ ਨੇ, ਤੁਰ ਰਹੇ ਨੇ। ਪਰ ਅਜੇ ਤੱਕ ਇਵੇਂ ਨਹੀਂ ਹੋਇਆ ਕਿ ਕੋਈ ਮ੍ਰਿਤਕ ਸਰੀਰ ਦੇ ਵਿੱਚ, ਕਿਉਂਕਿ ਜਦੋਂ ਉਹ ਕਿਸੇ ਜੀਵ ਨੂੰ ਫੜ ਕੇ ਲਿਆਉਂਦੇ ਨੇ, ਉਹ ਜਿਉਂਦੇ ਹੋਏ ਜੀਵ ਨੂੰ ਫੜ ਕੇ ਲਿਆਂਦਾ, ਉਹਦਾ ਸਿਰ ਕੱਟਿਆ ਗਿਆ। ਪਰ ਇਵੇਂ ਨਹੀਂ ਹੋਇਆ ਕਿਸੇ ਮਰੇ ਪੰਛੀ ਨੂੰ, ਪਸ਼ੂ ਨੂੰ ਫੜ ਕੇ ਲਿਆਂਦਾ, ਫਿਰ ਉਸ ਮਰੇ ਪਏ ਪਸ਼ੂ ਦੇ ਉੱਤੇ ਕਿਸੇ ਹੋਰ ਜਾਨਵਰ ਦਾ ਸਿਰ ਲਾ ਦਿੱਤਾ, ਉਹਨੂੰ ਜੀਵਤ ਕਰ ਦਿੱਤਾ। ਨਹੀਂ, ਜਿਉਂਦੇ ਨੂੰ ਫੜ ਕੇ ਲਗੇ, ਜਿਉਂਦਿਆਂ ਦੇ ਸਿਰ ਬਦਲੇ ਨੇ, ਪਰ ਮਰੇ ਹੋਏ ਪੰਛੀਆਂ ਦੇ ਸਿਰ ਨਹੀਂ ਬਦਲ ਸਕਦੇ। ਜਿਉਂਦਿਆਂ ਨੂੰ ਖਤਮ ਕੀਤਾ, ਜਿਉਂਦਿਆਂ ਨੂੰ ਮਾਰ ਕੇ ਫਿਰ ਉਹਨਾਂ ਦੀ ਜਿਹੜੀ ਸਾਹ ਨਾਲੀ ਸੀ, ਅੰਦਰ ਦਾ ਜਿਹੜਾ ਦਿਲ ਪੰਪ ਕਰਦਾ ਸੀ ਜਿਵੇਂ ਕਰਦਾ, ਉਹ ਕਰਦਾ ਰਹਿਣ ਦਿੱਤਾ, ਪਰ ਸਿਰ ਬਦਲ ਦਿੱਤੇ ਗਏ। ਪਰ ਅਜੇ ਤੱਕ ਉਹਨਾਂ ਨੇ ਇਹ ਕੋਸ਼ਿਸ਼ ਕਰਕੇ ਵੇਖੀ ਕਿ ਮ੍ਰਿਤਕ ਸਰੀਰ ਦੇ ਵਿੱਚ ਸਵਾਸ ਪਾਏ ਜਾਣ, ਪਰ ਅਸਫਲ ਨਹੀਂ, ਸਫਲ ਨਹੀਂ ਹੋ ਸਕੇ। ਪਰ ਇਹ ਸਿੱਖ ਧਰਮ ਦੇ ਵਿੱਚ, ਸਿੱਖ ਧਾਰਮਿਕ ਗ੍ਰੰਥ ਦੇ ਵਿੱਚ, ਜਿਸ ਨੂੰ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਉਹਦੇ ਵਿੱਚ ਇੱਕ ਸਾਖੀ ਹੈ ਭਗਤ ਨਾਮਦੇਵ ਜੀ ਦੀ। ਉਹਦੇ ਵਿੱਚ ਬੜੀ ਸੋਹਣੀ ਉਦਾਹਰਨ ਦਿੱਤੀ ਹੈ ਕਿ ਪ੍ਰਮਾਤਮਾ ਨੂੰ ਜੇ ਚੰਗਾ ਲੱਗ ਜਾਵੇ ਤੇ ਉਹ ਕਰ ਸਕਦਾ, ਇਹ ਕਰ ਸਕਦਾ ਹੈ। ਮ੍ਰਿਤਕ ਕਉ ਜੀਵਾਲਣ ਹਾਰ। ਫਿਰੋਜ਼ ਤੁਗਲਕ ਉਸ ਸਮੇਂ ਦਾ ਬਾਦਸ਼ਾਹ ਜਦੋਂ ਨਾਮਦੇਵ ਜੀ ਹੋਏ ਨੇ, ਦਿੱਲੀ ਦੀ ਰਾਜਧਾਨੀ ਦਾ। ਤੇ ਕਹਿੰਦੇ ਨੇ ਉਸਨੇ ਕੀ ਕੀਤਾ, ਨਾਮਦੇਵ ਜੀ ਨੂੰ ਪਕੜਿਆ। ਸੁਲਤਾਨ ਪੁੱਛੇ ਸੁਨਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਕਹਿੰਦੇ ਨੇ ਨਾਮਦੇਵ ਜੀ ਨੂੰ ਸੁਲਤਾਨ ਰਾਜੇ ਨੇ ਬੰਨਿਆ
ਪੁੱਛਿਆ ਕਿ ਮੈਂ ਹੁਣ ਤੇਰੇ ਰੱਬ ਦੇ ਮਾਰੇ ਤੇਰੇ ਰਾਮ ਦੇ ਕੰਮ ਵੇਖਣਾ ਚਾਹੁੰਦਾ ਹਾਂ। ਉਹ ਕਿਹੜੇ ਕੰਮ ਨੇ? ਸੁਲਤਾਨਾ ਪੁੱਛੇ ਸੁਣ ਬੇ ਨਾਮਾ, ਦੇਖੋ ਰਾਮ तुम्हारे ਕੰਮ ਆ, ਮੈਂ ਤੇਰੇ ਰਾਮ ਦੇ ਕੰਮ ਵੇਖਣਾ ਚਾਹੁੰਦਾ। ਤੂੰ ਕਹਿਣਾ ਨਾ ਰਾਮ ਰਾਮ ਕਰਦਾ ਰਹਿਣਾ ਨਾ ਹਰ ਵਕਤ, ਰੱਬ ਰੱਬ ਕਰਦਾ ਰਹਿਣਾ। ਮੈਂ ਤੈਨੂੰ ਪੁੱਛਦਾ ਹਾਂ ਵੀ ਜੇ ਤੂੰ ਸੱਚੀ ਮੁੱਚੀ ਭਗਤ ਹੈ ਤੇ ਫਿਰ ਕੋਈ ਕਰਾਮਾਤ ਕਰਕੇ ਵਿਖਾ। ਸੰਸਾਰ ਅੱਜ ਵੀ ਇਵੇਂ ਹੀ ਹੈ ਨਾ, ਜੇ ਕਰਾਮਾਤ ਵਿਖਾ ਦੋਗੇ, ਕੁਝ ਉਲਟਾ ਸਿੱਧਾ ਕਰਕੇ ਵਿਖਾ ਦੋਗੇ ਤੇ ਸੰਸਾਰੀ ਲੋਕ ਕਹਿਣਗੇ ਵਾਹ ਤੇਰੇ ਵਰਗਾ ਤਾਂ ਭਗਤ ਹੀ ਕੋਈ ਨਹੀਂ ਹੈਗਾ। ਤੂੰ ਸੱਚੀ ਮੁੱਚੀ ਰੱਬ ਦਾ ਭਗਤ ਹੈ ਤੇ ਜੇ ਕਰਾਮਾਤ ਨਾ ਵਿਖਾਈ, ਸਿੰਪਲ ਭਗਤਾਂ ਵਰਗੀ ਜ਼ਿੰਦਗੀ ਜੀਵਨ ਕੀਤੀ ਬਤੀਤ ਕੀਤੀ, ਸੋ ਤੁਸੀਂ ਭਗਤ ਨਹੀਂ ਹੈਗੇ। ਜੇ ਕਰਾਮਾਤ ਵਿਖਾਓਗੇ ਤੁਸੀਂ ਉੱਗੇ ਭਗਤ ਹੋ। ਇਸੇ ਕਰਕੇ ਸੰਸਾਰ ਛੇਤੀ ਉਹਨਾਂ ਦੇ ਪਿੱਛੇ ਪੈ ਜਾਂਦਾ ਜਿਹੜੇ ਬਹਿਰੂਪੀਏ ਹੋਣ, ਭੇਖੀ ਹੋਣ। ਸੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਮੈਂ ਤੇਰੇ ਰਾਮ ਦੇ ਕੰਮ ਵੇਖਣਾ ਚਾਹੁੰਦਾ। ਨਾਮਾ ਸੁਲਤਾਨ ਨੇ ਬੰਧ ਲਾ। ਸੁਲਤਾਨ ਨੇ ਕੀ ਕੀਤਾ? ਨਾਮੇ ਨੂੰ ਬੰਨ ਲਿਆ, ਗ੍ਰਿਫਤਾਰ ਕਰ ਲਿਆ। ਦੇਖੋ ਤੇਰਾ ਹਰ ਬੀਠਲਾ, ਕਹਿੰਦਾ ਮੈਂ ਦੇਖਣਾ ਚਾਹੁੰਦਾ ਤੇਰਾ ਬੀਠਲਾ ਕਿਵੇਂ ਦਾ ਹੈ, ਕਿੱਥੇ ਹੈ ਤੇਰਾ ਰੱਬ। ਬਿਸਮਿਲ ਗਊ ਦਿਓ ਜਵਾਏ, ਨਾਤਰ ਮਾਰੋ ਗਰਦਨ ਠਾਏ। ਕਹਿੰਦੇ ਨਾਮਦੇਵ ਆ ਮੇਰੀ ਗਊ ਮਰ ਗਈ ਹੈ, ਅਕਾਲ ਚਲਾਣਾ ਕਰ ਗਈ ਹੈ, ਇਹਦਾ ਇੱਕ ਛੋਟਾ ਜਿਹਾ ਬਛੜਾ ਹੈ। ਸੋ ਇਸ ਕਰਕੇ ਤੂੰ ਇਸ ਮਰੀ ਹੋਈ ਗਊ ਨੂੰ ਜੀਵਿਤ ਕਰ ਦੇ। ਇਹ ਗਾਂ ਮੇਰੀ ਹੈ, ਇਸ ਨੂੰ ਜਿਉਂਦੀ ਕਰ ਦੇ ਕਰਾਮਾਤ ਦੇ ਨਾਲ, ਨਹੀਂ ਤਾਂ ਮੈਂ ਤੇਰੀ ਗਰਦਨ ਦੇ ਉੱਪਰ ਵਾਰ ਕਰਾਂਗਾ, ਤੈਨੂੰ ਮਾਰ ਦੇਵਾਂਗਾ। ਨਾ ਤੇਰੂ ਗਰਦਨ ਮਾਰੋ ਠਾਏ, ਤੈਨੂੰ ਇੱਥੇ ਮਾਰ ਦਾਂਗਾ। ਨਾਮਦੇਵ ਜੀ ਕਹਿੰਦੇ ਨੇ ਬਾਦਸ਼ਾਹ ਐਸੀ ਕਿਉਂ ਹੋਏ? ਬਾਦਸ਼ਾਹ ਇਵੇਂ ਕਿਵੇਂ ਹੋ ਸਕਦਾ ਹੈ? ਅੱਜ ਤੱਕ ਕੋਈ ਹੋਇਆ ਬਿਸਮਲ ਕੀਆ ਨਾ ਜੀਵੇ ਕੋਈ? ਜਿਹੜਾ ਮਰ ਚੁੱਕਿਆ ਹੋਵੇ ਉਸ ਨੂੰ ਕੋਈ ਜਿਉਂਦਾ ਕਰ ਸਕਦਾ ਹੋਵੇ? ਇਹੋ ਜਿਹਾ ਨਹੀਂ ਹੋ ਸਕਦਾ। ਇਹ ਤਾਂ ਮਰ ਚੁੱਕੀ, ਹੋਣੇ ਦੇ ਸਵਾਸ ਪੂਰੇ ਹੋ ਚੁੱਕੇ ਸਨ ਗਊ ਦੇ, ਸੋ ਇਹ ਹੁਣ ਜੀਵਤ ਨਹੀਂ ਹੋ ਸਕਦੀ। ਬਿਸਮਲ ਕੀਆ ਨਾ ਜੀਵੇ ਕੋਈ, ਕਰਹਿ ਰਾਮ ਹੋਏ ਹੈ ਸੋਏ। ਇਹ ਤਾਂ ਰੱਬ ਦੀ ਮਰਜ਼ੀ ਹੈ, ਉਸੇ ਨੇ ਇਸ ਸੰਸਾਰ ਦੇ ਵਿੱਚ ਇਸ ਗਊ ਨੂੰ ਭੇਜਿਆ, ਉਸੇ ਨੇ ਗਾਂ ਨੂੰ ਸਵਾਸ ਦਿੱਤੇ, ਉਸੇ ਨੇ ਹੁਣ ਗਊ ਦੇ ਅੰਦਰੋਂ ਸਵਾਸ ਕੱਢ ਲਏ, ਮ੍ਰਿਤਕ ਕਰ ਦਿੱਤਾ। ਇਹ ਤਾਂ ਉਹਦੀ ਮਰਜ਼ੀ ਹੈ ਨਾ। ਕਰਹਿ ਰਾਮ ਹੋਏ ਹੈ ਸੋਏ, ਰਾਮ ਜੋ ਕਰਦਾ ਉਹੀ ਹੁੰਦਾ ਹੈ। ਸੁਣ ਬਾਦਸ਼ਾਹ ਚੜਿਓ ਅਹੰਕਾਰ। ਬਾਦਸ਼ਾਹ ਨੂੰ ਬੜਾ ਗੁੱਸਾ ਆਇਆ। ਉਸ ਤਰ੍ਹਾਂ ਇਹ ਕਹਿੰਦਾ ਮੈਂ ਰੱਬ ਦਾ ਭਗਤ ਹੈ, ਰਾਮ ਰਾਮ ਕਰਦਾ ਰਹਿੰਦਾ ਹੈ, ਹਰ ਵਕਤ ਰਾਮ ਦੀ ਪੂਜਾ ਕਰਦਾ ਰਹਿੰਦਾ ਹੈ, ਰੱਬ ਰੱਬ ਕਰਦਾ ਰਹਿੰਦਾ ਹੈ, ਪਰ ਅੱਜ ਇਹ ਕਹਿੰਦਾ ਮੇਰੇ ਕੋਲ ਇਹੋ ਜਿਹੀ ਕੋਈ ਕਰਾਮਾਤ ਨਹੀਂ ਹੈਗੀ। ਬੜਾ ਉਹਨੂੰ ਗੁੱਸਾ ਚੜਿਆ। ਬਾਦਸ਼ਾਹ ਚੜਿਓ ਅਹੰਕਾਰ, ਗੱਜ ਹਸਤੀ ਕੀਨੀ। ਕਹਿੰਦੇ ਫਿਰ ਉਸਨੇ ਕੀ ਕੀਤਾ? ਇਹਨੂੰ ਬੰਧ ਲਿਆ, ਗ੍ਰਿਫਤਾਰ ਕਰਕੇ ਹਾਥੀ ਦੇ ਅੱਗੇ ਸੁੱਟ ਦਿੱਤਾ। ਗੱਜ ਹਾਸੀ ਦੀਨੋਂ ਚਮਕਾਰ। ਕਹਿੰਦੇ ਨੇ ਫਿਰ ਗੁੱਸੇ ਹਾਥੀ ਦੇ ਉੱਪਰ, ਹਾਥੀ ਨੂੰ ਗੁੱਸਾ ਚੜਾ ਕੇ, ਚਮਕਾਰ ਤੋਂ ਭਾਵ ਹੁੰਦਾ ਹੈ ਹਾਥੀ ਨੂੰ ਵੀ ਗੁੱਸਾ ਕਿਵੇਂ ਆਉਂਦਾ? ਉਹਦੇ ਉੱਤੇ ਬਾਰ-ਬਾਰ ਵਾਰ ਕਰੀਏ, ਬਾਰ-ਬਾਰ ਉਹਦੇ ਸਿਰ ਦੇ ਉੱਪਰ ਕੋਈ ਲੋਹੇ ਦੀ ਰਾੜ ਮਾਰੀਏ ਤੇ ਉਹਨੂੰ ਗੁੱਸਾ ਆਉਂਦਾ। ਫਿਰ ਇਸ ਨੂੰ ਮਸਤ ਕਰਕੇ ਹਾਥੀ ਨੂੰ ਗੁੱਸਾ ਚੜਾ ਕੇ ਤੇ ਹਾਥੀ ਨੂੰ ਇਸ ਨਾਮੇ ਦੇ ਉੱਪਰ ਸੁੰਡ ਦੇ ਨਾਲ ਵਾਰ ਕਰਨ ਵਾਸਤੇ ਕੀਤਾ ਆਖਿਆ। ਫਿਰ ਹਾਥੀ ਨੇ ਉਸ ਨਾਮਦੇਵ ਜੀ ਨੂੰ ਸੁੰਡ ਦੇ ਨਾਲ ਵਾਰ ਕੀਤਾ। ਗਜਿੰਦ ਕਰੇ ਸੁੰਡ ਕੀ ਚੋਟ, ਨਾਮਾ ਉਬਰੇ ਹਰ ਕੀ ਓਟ। ਗਜਿੰਦ ਨੇ, ਹਾਥੀ ਨੇ ਸੁੰਡ ਦੀ ਚੋਟ ਮਾਰੀ, ਸੁੰਡ ਦੇ ਨਾਲ ਨਾਮਦੇਵ ਜੀ ਦੇ ਉੱਪਰ ਵਾਰ ਕੀਤਾ। ਵਾਰ ਕਰਨ ਦੇ ਨਾਲ ਕਹਿੰਦੇ ਨੇ ਹੁਣ ਨਾਮਦੇਵ ਜਿਹੜਾ ਉਹ ਹਰ ਕੀ ਓਟ, ਨਾਮਾ ਉਬਰੇ ਹਰ ਕੀ ਓਟ। ਨਾਮਦੇਵ ਦੇ ਉੱਪਰ ਵਾਰ ਕਰਦਾ ਹੈ ਹਾਥੀ, ਪਰ ਰੱਬ ਦੀ ਕਿਰਪਾ ਦੁਆਰਾ ਉੱਭਰ ਜਾਂਦਾ, ਉਹ ਬਚ ਜਾਂਦਾ। ਜਦੋਂ ਕਿ ਹਾਥੀ ਦੀ ਸੁੰਡ ਦੇ ਵਿੱਚ ਪਾਵਰ ਬਹੁਤ ਹੈ, ਜੇ ਉਹ ਵਾਰ ਕਰੇ ਆਪਣੀ ਮਰਜ਼ੀ ਅਨੁਸਾਰ ਤੇ ਬੰਦਾ ਇੱਕ ਵਾਰ ਹੀ ਚੱਲ ਸਕਦਾ, ਦੁਬਾਰਾ ਉੱਠ ਨਹੀਂ ਸਕੇਗਾ। ਬਹੁਤ ਵਜਨ ਤੇ ਬਹੁਤ ਭਾਰੀ ਤੇ ਬਹੁਤ ਤਾਕਤਵਰ ਹੁੰਦੀ ਉਹਦੀ ਸੁੰਡ। ਪਰ ਕਹਿੰਦੇ ਨੇ ਨਾਮਾ ਉਬਰੇ ਹਰ ਕੀ ਓਟ। ਇਸ ਤਰੀਕੇ ਦੇ ਨਾਲ ਜਦੋਂ ਬਾਰ-ਬਾਰ ਉਸ ਨੂੰ ਸਤਾਇਆ ਗਿਆ, ਬਾਰ-ਬਾਰ ਨਾਮਦੇਵ ਜੀ ਨੂੰ ਕਿਹਾ ਗਿਆ ਵੀ ਤੂੰ ਕਰਾਮਾਤ ਵਿਖਾ, ਇਸ ਮਰੀ ਹੋਈ ਗਊ ਨੂੰ ਜੀਵਿਤ ਕਰ ਦੇ, ਇਸ ਨੂੰ ਜੀਵਿਤ ਕਰ ਦੇ। ਨਾਮਦੇਵ ਜੀ ਕਹਿੰਦੇ ਨੇ ਮੇਰੇ ਹੱਥ ਦੇ ਵਿੱਚ ਹੈ ਕੁਛ ਨਹੀਂ, ਜੋ ਕਰਦਾ ਹੈ ਰੱਬ ਕਰਦਾ ਹੈ, ਜੋ ਕਰਦਾ ਹੈ ਪ੍ਰਮਾਤਮਾ ਕਰਦਾ ਹੈ। ਤੇ ਕਹਿੰਦੇ ਰੁਦਨ ਕਰੇ ਨਾਮੇ ਕੀ ਮਾਏ। ਨਾਮਦੇਵ ਜੀ ਦੀ ਮਾਂ ਬਾਰ-ਬਾਰ ਬੇਨਤੀ ਕਰਦੀ ਨਾਮਦੇਵ ਦੇ ਅੱਗੇ
क्योंकि पुत्र है। रुदन करे नामे की माए छोड़ राम की ना भजे खुदाए। कहते ने राम राम कहना छड़ दे, तू खुदा खुदा क्यों नहीं कहन लग पैंदा, खुदा खुदा क्यों नहीं कहन लग पैंदा, अल्लाह अल्लाह कहन लग पे जे बादशाह नूं ये चंगा लगदा है। ते नामदेव जी कहते ना हो तेरा पुंगड़ा ना तू मेरी माए। ते माता कहती मैं तेनू कई बार सुनिया तू घर दे विच अल्लाह अल्लाह करदा हुंदा सी, तू कई वारी घर दे विच रहीम रहीम करदा हुंदा सी। करीमा रहीमा अल्लाह तू गणी गुरु ग्रंथ साहिब जी की बाणी दे विच शब्द है। कई बारी मैं सुनिया तू रहीम रहीम करदा सी घर दे विच, कई बारी सुनिया है तू अल्लाह अल्लाह करदा रहिंदा सी। सो अज की कारण बनिया, अज की कारण बनिया तू राम राम क्यों नहीं क्या छड़दा ते क्यों ना तू खुदा खुदा कहन लग पवे, खुदा खुदा कहन लग पे। ते नाम दे विच कहंदे ने गंग जमन जो उल्टी बहे तो नामा हर करता रहे। कहंदे ने भावें गंगा ते जमना उल्टियां बहन लग पैण, भावें गंगा जमना वो उल्टियां चलन लग पैण, पर नामदेव तां रब रब हर हर राम राम ही करदा रहेगा। ਇਹਦੇ ਕਹਿਣ ਦੇ ਨਾਲ, ਇਹਦੀ ਜ਼ਬਰਦਸਤੀ ਦੇ ਨਾਲ ਮੈਂ ਖੁਦਾ ਕਹਿਣ ਵਾਲਾ ਨਹੀਂ। ਭਾਵੇਂ ਕਿ ਰਾਮ ਦੇ ਵਿੱਚ, ਖੁਦਾ ਦੇ ਵਿੱਚ, ਅੱਲਾ ਦੇ ਵਿੱਚ, ਰਹੀਮ ਕਰੀਮ ਦੇ ਵਿੱਚ ਕੋਈ ਭੇਦ ਨਹੀਂ ਹੈਗਾ। ਘਰ ਦੇ ਵਿੱਚ ਮੈਂ ਮਾਤਾ ਅੱਲਾ ਅੱਲਾ ਵੀ ਕਰਦਾ ਹੈ, ਰਹੀਮ ਰਹੀਮ ਵੀ ਕਰਦਾ ਹੈ, ਪਰ ਮੈਂ ਇਹਦੀ ਮਰਜ਼ੀ ਅਨੁਸਾਰ ਹੁਣ ਇਹਦੀ ਤਲਵਾਰ ਤੋਂ ਡਰ ਕੇ ਮੈਂ ਰਾਮ ਰਾਮ ਨਹੀਂ ਛੱਡ ਸਕਦਾ। ਇਹ ਪ੍ਰੇਮ ਕਿਹੋ ਜਿਹਾ ਆ ਫਿਰ? ਇਸ ਕਰਕੇ ਕਹਿੰਦੇ ਨੇ ਮੈਂ ਨਹੀਂ ਛੱਡਦਾ। ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਦਾ ਰਹੇ, ਕਹਿੰਦੇ ਤਾਂ ਵੀ ਨਾਮਾ ਹਰ ਹਰ ਕਰਦਾ ਰਹੇਗਾ। ਸੋ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਬਾਦਸ਼ਾਹ ਕਹਿੰਦਾ ਕਾਜ਼ੀ ਮੁੱਲਾ ਸਾਰੇ ਮੈਨੂੰ ਆਣ ਕੇ ਸਲਾਮ ਕਰਦੇ ਨੇ। ਕਾਜ਼ੀ ਮੁੱਲਾ ਕਰੇ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਣ। ਕਹਿੰਦੇ ਨੇ ਕਾਜ਼ੀ ਮੁੱਲਾ ਆਣ ਕੇ ਮੈਨੂੰ ਸਲਾਮ ਕਰਦੇ ਨੇ ਤੇ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ, ਇਹ ਮੇਰੇ ਅੱਗੇ ਝੁਕਣ ਨੂੰ ਤਿਆਰ ਨਹੀਂ ਹੈਗਾ। ਤੇ ਫਿਰ ਜਿਹੜੇ ਬਾਕੀ ਨੇ ਨਾ ਹਿੰਦੂ ਆ, ਉਹ ਕਹਿੰਦੇ ਨਾਮਦੇਵ ਜੀ ਨੂੰ, ਬਾਦਸ਼ਾਹ ਨੂੰ ਕਹਿੰਦੇ ਨਾਮ ਬਾਦਸ਼ਾਹ ਬੇਨਤੀ ਸੁਣੇ ਹੋ, ਇਹ ਬਾਦਸ਼ਾਹ ਸਾਡੀ ਬੇਨਤੀ ਸੁਣੋ। ਨਾਮੇ ਸਰ ਪਰ ਸੋਨਾ ਲੈ ਹੋ। ਕਹਿੰਦੇ ਜਿੰਨਾ ਨਾਮੇ ਦਾ ਭਾਰ ਹੈ ਨਾ, ਨਾਮਦੇਵ ਦਾ ਭਾਰ ਹੈ, ਇਹਦੇ ਜਿੰਨਾ ਸੋਨਾ ਤੁਸੀਂ ਲੈ ਲਿਓ, ਪਰ ਇਹਨੂੰ ਛੱਡ ਦਿਓ। ਬਾਦਸ਼ਾਹ ਬੇਨਤੀ ਸੁਣੇ ਹੋ, ਨਾਮੇ ਸਰ ਪਰ ਸੋਨਾ ਲੈ ਹੋ। ਬਾਦਸ਼ਾਹ ਕਹਿੰਦਾ ਮਾਲ ਲਿਓ ਤੂੰ ਦੋਜਕ ਪਰੋਂ, ਦੀਨ ਛੋੜ ਦੁਨੀਆ ਕੋ ਭਰੋਂ। ਕਹਿੰਦੇ ਜੇ ਮੈਂ ਤੁਹਾਡੇ ਤੋਂ ਇਹ ਲੈਂਦਾ ਮਾਲ ਲੈਂਦਾ ਹਾਂ ਤੇ ਮੈਂ ਰੱਬ ਦੇ ਘਰ ਵੱਲੋਂ, ਪਰਮਾਤਮਾ ਵੱਲੋਂ ਬੇਮੁਖ ਹੁੰਦਾ ਹੈ, ਤੇ ਦੀਨ ਛੋੜ ਧਰਮ ਨੂੰ ਛੱਡ ਕੇ ਮੈਂ ਧਨ ਇਕੱਠਾ ਕਰਨ ਲੱਗਾ, ਮੈਨੂੰ ਸ਼ੋਭਾ ਨਹੀਂ ਦਿੰਦਾ। ਸੋ ਕਹਿੰਦੇ ਸਾਤ ਘੜੀ ਜਦ ਬੀਤੀ ਸੁਣੀ ਅਜੂ ਨ ਆਏ ਤ੍ਰਿਭਵਨ ਤਨੀ। ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, 7 ਘੜੀਆਂ ਕੋਈ ਪੌਣੇ ਕੁ 3 ਘੰਟੇ ਦਾ ਸਮਾਂ। ਇਸ ਤਰੀਕੇ ਦੇ ਨਾਲ 168 ਮਿੰਟ ਬਣਦੇ ਨੇ। 24 ਲਾ ਕੇ ਜੇ 7 ਘੜੀਆਂ, ਇੱਕ ਘੜੀ 24 ਮਿੰਟ ਦੀ ਹੈ, 7 ਘੜੀਆਂ ਜੇ ਲਾ ਕੇ 168 ਮਿੰਟ ਬਣਦੇ ਨੇ। ਇੰਨੇ ਸਮਾਂ ਜਦੋਂ ਹੋ ਗਿਆ, ਅਜੂ ਨਾ ਆਇਓ ਤ੍ਰਿਭਵਨ ਤਨੀ, ਅਜੇ ਵੀ ਪਰਮਾਤਮਾ ਪ੍ਰਗਟ ਨਹੀਂ ਹੋਇਆ। ਪਾਕ ਖਾਤਨ ਬਾਜ ਬਜਾਇਲਾ। ਕਹਿੰਦੇ ਨੇ ਇੰਨੇ ਚਿਰ ਨੂੰ ਖੰਭਾਂ ਦੀ ਆਵਾਜ਼ ਸੁਣੀ ਕੰਨਾਂ ਦੇ ਵਿੱਚ ਪਈ, ਕੇਵਲ ਨਾਮਦੇਵ ਦੇ ਕੰਨਾਂ ਦੇ ਵਿੱਚ। ਪਾਕ ਖਾਤਨ ਬਾਜ ਬਜਾਇਲਾ ਗਰੁੜ ਚੜ ਗੋਬਿੰਦ ਆਇਲਾ। ਕਹਿੰਦੇ ਨੇ ਇੱਕ ਗਰੁੜ ਪੰਛੀ ਦੇ ਉੱਪਰ ਗੋਬਿੰਦ ਚੜ ਕੇ ਆਇਆ। ਗਰੁੜ ਚੜ ਗੋਬਿੰਦ ਆਇਲਾ, ਗਰੁੜ ਦੇ ਉੱਪਰ ਚੜ ਕੇ ਉਹਦਾ ਰੱਬ, ਨਾਮਦੇਵ ਦਾ ਰੱਬ ਆਇਆ ਤੇ ਆਣ ਕੇ ਕੀ ਕਹਿੰਦਾ? ਆਣ ਕੇ ਨਾਮਦੇਵ ਜੀ ਨੂੰ ਕਹਿੰਦਾ ਹੈ ਕਹੇ ਤਾਂ ਧਰਤ ਇਕੋਡੀ ਕਰੋ। ਨਾਮਦੇਵ ਜੇ ਤੂੰ ਕਹੇ ਧਰਤੀ ਉਲਟੀ ਕਰਦੇ ਆ ਤਾਂ ਕਹੇ ਤਾਂ ਲੇਕਰ ਉੱਪਰ ਧਰੋ। ਜੇ ਤੂੰ ਕਹਿੰਦਾ ਧਰਤੀ ਉੱਚੀ ਚੁੱਕਦੇ ਆ, ਧਰਤੀ ਉਲਟਾ ਦਿਆਂ ਪਲਟਾ ਦਿਆਂ ਜਾਂ ਇਹਨੂੰ ਉੱਪਰ ਕਰਦੇ ਆ। ਕਹੇ ਤੇ ਮੁਈ ਗਊ ਦੇਉ ਜਵਾਏ ਸਭ ਕੋਈ ਦੇਖੇ ਪਤਿਆਏ। ਨਾਮਦੇਵ ਜੇ ਤੂੰ ਕਹਿਣਾ ਤੇ ਮਰੀ ਹੋਈ ਗਾਂ ਜਿਉਂਦੀ ਕਰਦੇ ਆ, ਸਾਰੇ ਕੋਈ ਦੇਖੇ ਵੇਖ ਕੇ ਤੇ ਤੇਰੇ ਅੰਦਰ ਦੇ ਜਿਹੜੀ ਤੇਰੀ ਪਰਖ ਲੈਣਾ ਚਾਹੁੰਦੇ ਨੇ ਇਹ ਇਹਨਾਂ ਦੇ ਸਾਹਮਣੇ ਪ੍ਰਗਟ ਹੋ ਜਾਵੇ। ਨਾਮਦੇਵ ਜੀ ਇੱਕੋ ਗੱਲ ਕਹਿੰਦੇ ਨੇ, ਉਹ ਕਹਿੰਦੇ ਨਾ ਤਾਂ ਆਪਾਂ ਧਰਤੀ ਉਲਟੀ ਕਰਨੀ ਹੈ ਤੇ ਨਾ ਹੀ ਆਪਾਂ ਧਰਤੀ ਨੂੰ ਉੱਚਿਆਂ ਚੁੱਕਣਾ ਹੈ, ਭਾਵ ਕਿ ਇਹਨੂੰ ਉੱਪਰ ਕਰਨਾ ਹੈ। ਧਰਤੀ ਪੈਰਾਂ ਥੱਲੇ ਹੈ, ਨਾ ਇਹਨੂੰ ਉੱਪਰ ਕਰਨਾ ਹੈ। ਇਹ ਤਾਂ ਹੁਣ ਤੁਹਾਡੀ ਮਰਜ਼ੀ ਹੈ, ਕਿਉਂਕਿ ਜੇ ਮੰਨ ਕੇ ਚੱਲੋ ਅਸੀਂ ਸਾਰੇ ਕਹਿੰਦੇ ਹਾਂ ਵੀ ਸਾਡੇ ਸਾਹਮਣੇ ਰੱਬ ਪ੍ਰਗਟ ਹੋ ਜਾਵੇ, ਪਰ ਤਿਆਰੀ ਕਿੰਨੀ ਕੁ ਹੈ? ਤਿਆਰੀ ਸਾਡੇ ਕੋਈ ਨਹੀਂ। ਜਿਹੜਾ ਇਨਸਾਨ ਪਰਛਾਵੇਂ ਤੋਂ ਡਰ ਜਾਂਦਾ ਉਹ ਕਹਿੰਦਾ ਮੈਨੂੰ ਰੱਬ ਦਿਸ ਪਵੇ।
ਜਿਹੜਾ ਬੰਦਾ ਹਨੇਰੇ ਦੇ ਤੋਂ ਡਰ ਜਾਂਦਾ ਹੈ, ਲਾਈਟ ਬੰਦ ਕਰ ਦਿਓ ਹਨੇਰਾ ਹੋ ਜਾਂਦਾ, ਉਹ ਤੋਂ ਡਰ ਜਾਂਦਾ, ਉਹ ਕਹਿੰਦਾ ਮੈਨੂੰ ਰੱਬ ਦਿਸ ਪਵੇ। ਹੁਣ ਨਾਮਦੇਵ ਜੀ ਦੇ ਸਾਹਮਣੇ ਕਹਿੰਦੇ ਨੇ ਗਰੁੜ ਚੜ ਗੋਬਿੰਦ ਆਇਲਾ, ਹੁਣ ਉਹਦੀ ਤਿਆਰੀ ਸੀ ਕਿ ਉਹਨੂੰ ਪ੍ਰਮਾਤਮਾ ਨੂੰ ਵੇਖਣਾ ਸੀ, ਉਹਦੀ ਤਿਆਰੀ ਸੀ। ਉਹਨੇ ਜਿੱਦ ਕੀਤੀ ਮੈਂ ਖੁਦਾ ਨਹੀਂ ਕਰਾਂਗਾ, ਮੈਂ ਤਾਂ ਰਾਮ ਰਾਮ ਹੀ ਕਰਾਂਗਾ, ਜੇ ਉਹਦੀ ਮਰਜ਼ੀ ਹੋਗੀ ਮੈਨੂੰ ਆਣ ਕੇ ਬਚਾ ਲਵੇਗਾ। ਸੋ ਉਹਦੇ ਸਾਹਮਣੇ ਉਹ ਰੱਬ ਆਣ ਕੇ ਪ੍ਰਗਟ ਹੋਇਆ। ਅਸੀਂ ਪਰਛਾਵੇਂ ਤੋਂ ਡਰਨ ਵਾਲੇ ਕਹਿੰਦੇ ਸਾਨੂੰ ਰੱਬ ਦਿਸ ਪਵੇ, ਜੇ ਦਿਸ ਪਵੇਗਾ ਤਾਂ ਉਹਦੀ ਸ਼ਕਲ ਸੂਰਤ ਕਿਹੋ ਜਿਹੀ ਹੈ ਤਾਂ ਸਾਨੂੰ ਪਤਾ ਨਹੀਂ ਹੈਗਾ, ਤਾਂ ਅਸੀਂ ਤਾਂ ਇਹੀ ਸਮਝ ਆਣਾਗਾ ਵੀ ਰੱਬ ਇੱਕ ਚੜੇਲ ਹੈ, ਕੌਣ ਹੈ ਸਾਨੂੰ ਨਹੀਂ ਪਤਾ ਲੱਗੇਗਾ। ਕਿਉਂਕਿ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਿਹਨ, ਜੇ ਨਾ ਉਹਦਾ ਚੱਕਰ, ਨਾ ਕੋਈ ਚੇਨ ਹੈ, ਨਾ ਉਹਦੀ ਸ਼ਕਲ ਹੈ, ਨਾ ਕੋਈ ਉਹਦਾ ਹੱਥ ਪੈਰ ਹੈ, ਕੁਛ ਵੀ ਨਹੀਂ ਹੈਗਾ। ਅਚਲ ਮੂਰਤ ਅਨਭਉ ਪ੍ਰਕਾਸ਼, ਉਹ ਕੇਵਲ ਕਹਿੰਦੇ ਨੇ ਜੋਤ ਰੂਪ ਹੈ। ਸੋ ਅਸੀਂ ਉਹਨੂੰ ਕਿਵੇਂ ਪ੍ਰਮਾਤਮਾ ਨੂੰ ਦੇਖ ਸਕਦੇ ਆ? ਇਸ ਕਰਕੇ ਸਾਡੀ ਪਹਿਲਾਂ ਤਿਆਰੀ ਕਿਹੋ ਜਿਹੀ ਹੈ, ਇਹ ਮਹੱਤਵਪੂਰਨ ਗੱਲ ਹੈ। ਰੱਬ ਆਵੇ ਨਾ ਆਵੇ ਇਹ ਉਹਦੀ ਮਰਜ਼ੀ ਹੈ, ਪਰ ਸਾਡੀ ਤਿਆਰੀ ਕਿਹੋ ਜਿਹੀ ਹੈ। ਪਰਛਾਵੇਂ ਤੋਂ ਡਰਨ ਵਾਲੇ ਬੰਦੇ ਅਸੀਂ ਰੱਬ ਨੂੰ ਦੇਖਣਾ ਚਾਹੁੰਦੇ ਆ। ਤੇ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਗਊ ਨੂੰ ਕੀ ਕੀਤਾ, ਦੋਏ ਜਦੋਂ ਮਟਕੀ ਭਰੀ, ਦੋਏ ਗਊ ਜੋ ਮਟਕੀ ਭਰੀ, ਕਹਿੰਦੇ ਨੇ ਜਦੋਂ ਮਟਕੀ ਭਰ ਲਈ ਨਾ ਦੁੱਧ ਦੀ, ਉਹ ਗਊ ਜੀਵਤ ਹੋ ਗਈ। ਬਛੜਾ ਛੱਡਿਆ ਗਿਆ, ਛੋਟਾ ਜਿਹਾ ਬੱਚਾ ਸੀਗਾ, ਬੱਚਾ ਉਹ ਛੱਡਿਆ ਗਿਆ, ਉਸ ਗਊ ਦੇ ਅੰਦਰ ਪ੍ਰਾਣ ਪੈ ਗਏ ਤੇ ਕਹਿੰਦੇ ਨੇ ਉਹ ਗਊ ਜੀਵਤ ਹੋ ਗਈ। ਸੋ ਜੀਵਤ ਦੇ ਨਾਲ ਉਹਦਾ ਦੁੱਧ ਚੋਇਆ ਗਿਆ, ਲੈ ਬਾਦਸ਼ਾਹ ਕੇ ਅੱਗੇ ਧਰੀ। ਬਾਦਸ਼ਾਹ ਦੇ ਅੱਗੇ ਜਦੋਂ ਅੱਗੇ ਧਰੀ ਤੇ ਕਹਿੰਦੇ ਨੇ ਔਕਟ ਕੀ ਘਟ ਬਣੀ ਆਏ। ਹੁਣ ਬਾਦਸ਼ਾਹ ਕਹਿੰਦਾ ਵੀ ਹੁਣ ਮੇਰੇ ਸਾਹਮਣੇ ਔਕਟ ਬਣ ਗਈ ਹੈ, ਇੱਕ ਇਹ ਬੜੀ ਔਕਟ ਬਣ ਗਈ ਹੈ ਕਿ ਬਾਦਸ਼ਾਹ ਦੇ ਅੱਗੇ ਸਾਹਮਣੇ ਇੱਕ ਮਰੀ ਗਊ ਜੀਵਤ ਕਰ ਦਿੱਤੀ ਹੈ, ਇੱਕ ਮਰੀ ਗਊ ਜੀਵਤ ਕਰ ਦਿੱਤੀ। ਸੋ ਕਹਿਣ ਲੱਗੇ ਜਿਹੜੇ ਭਗਤ ਸਾਰੇ ਜਾਣੇ ਨਾਮੇ ਦੇ ਕੋਲ ਜਾ ਕੇ ਪਹੁੰਚਦੇ, ਕਹਿੰਦੇ ਨੇ ਜੇ ਅਬ ਕੀ ਬਾਰ ਨਾ ਜੀਵੇ ਗਾਏ ਤਾਂ ਨਾਮੇ ਕਾ ਪਤੀਆ ਰਹਿ ਜਾਏ। ਉਹ ਸਾਰੇ ਕਹਿੰਦੇ ਜੇ ਐਤ ਕੀ ਜੇ ਗਾਣਾ ਨਾ ਜੀਵਿਤ ਹੁੰਦੀ ਤੇ ਨਾਮੇ ਦਾ ਵਿਸ਼ਵਾਸ ਉੱਡਦਾ ਜਾਣਾ ਸੀ। ਉਹਨੇ ਵਿਸ਼ਵਾਸ ਕੀਤਾ ਪ੍ਰਮਾਤਮਾ ਤੇ ਪ੍ਰਮਾਤਮਾ ਨੇ ਕੀ ਕੀਤਾ, ਉਹਦੇ ਕੋਲ ਆਇਆ, ਆਣ ਕੇ ਉਸ ਬਾਦਸ਼ਾਹ ਦੀ, ਫਿਰੋਜ਼ ਤੁਗਲਕ ਦੀ ਗਊ ਜੀਵਤ ਕਰ ਦਿੱਤੀ, ਦੁੱਧ ਚੋ ਕੇ ਬਾਦਸ਼ਾਹ ਦੇ ਸਾਹਮਣੇ ਰੱਖਿਆ ਗਿਆ। ਸੋ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਨਾਮੇ ਦੀ ਸੰਸਾਰ ਦੇ ਵਿੱਚ ਕੀਰਤ ਰਹੀ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ, ਜਦੋਂ ਉਹਨੂੰ ਚੰਗਾ ਲੱਗੇ ਉਦੋਂ ਕੋਈ ਸਵਾਸਾਂ ਤੋਂ ਰਹਿ ਸਕਦਾ ਹੈ, ਪਰ ਜਦੋਂ ਇਹ ਤਾਂ ਮਰਿਆਦਾ ਹੈ ਰੱਬ ਦੀ, ਸੰਸਾਰ ਦੇ ਵਿੱਚ ਜੋ ਆਇਆ ਸੋ ਚੱਲਸੀ, ਸਾਰਿਆਂ ਦੀ ਵਾਰੀ ਆਉਣੀ ਹੈ, ਸਵਾਸਾਂ ਨੂੰ ਕੋਈ ਹੋਰ ਪਾ ਨਹੀਂ ਸਕਦਾ। ਇਹ ਪ੍ਰਮਾਤਮਾ ਦੀ ਮਰਜ਼ੀ ਹੈ ਕਿ ਮਿਰਤਕ ਕੋ ਜੀਵਾਲਨ ਹਾਰ। ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ, ਪਰਮਾਤਮਾ ਨੂੰ ਚੰਗਾ ਲੱਗੇ ਤਾਂ ਹੀ ਉਹਦੇ ਗੁਣ ਕੋਈ ਗਾ ਸਕਦਾ ਹੈ। ਪ੍ਰਭ ਭਾਵੇ ਤਾਂ ਪਤਤ ਉਦਾਰੇ, ਪੱਤਾਂ ਦਾ ਵੀ ਉਦਾਰ ਕਰਦਾ ਹੈ, ਆਪ ਕਰੇ ਆਪਨ ਵਿਚਾਰੇ। ਸਤਿਗੁਰੂ ਜੀ ਕਹਿੰਦੇ ਨੇ ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਜੋ ਉਹਨੂੰ ਚੰਗਾ ਲੱਗਦਾ ਉਹ ਕਰਦਾ ਹੈ, ਕੋਈ ਹੋਰ ਇਹੋ ਜਿਹਾ ਦਿਸਦਾ ਨਹੀਂ ਜਿਹੜਾ ਇੰਨੇ ਵੱਡੇ ਕਾਰਜ ਕਰ ਸਕਦਾ ਹੋਵੇ, ਮਿਰਤਕ ਦੇ ਵਿੱਚ ਸਵਾਸ ਪਾ ਸਕਦਾ ਹੋਵੇ, ਜੀਵਤ ਕਰ ਸਕਦਾ ਹੋਵੇ। ਸਤਿਗੁਰੂ ਸਾਡੇ ਉੱਪਰ ਮਿਹਰਾਮਤ ਕਰਨ ਤਾਂ ਕਿ ਅਸੀਂ ਉਹਨੂੰ ਚੰਗੇ ਲੱਗ ਜਾਈਏ, ਉਹ ਸਾਡੇ ਉੱਪਰ ਮਿਹਰ ਕਰਕੇ ਸਾਡੇ ਪਾਸੋਂ ਆਪਣੇ ਗੁਣ ਗਵਾ ਲਵੇ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ।